ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਦੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਤਰੀਕ ਹੈ ਜੀ 7 ਜੂਨ, ਦਿਨ ਹੈ ਸੋਮਵਾਰ ਤੇ ਸਮਾਂ ਹੈ ਸ਼ਾਮ ਦੇ 6:30। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਸੋ ਅੱਜ ਦਾ ਇਹ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਕੁਛ ਵਪਾਰਕ ਸੁਨੇਹੇ। ਸਭ ਤੋਂ ਪਹਿਲਾ ਸੁਨੇਹਾ ਹੈ ਜੀ ਅਕਾਲ ਟਰੱਕ ਐਂਡ ਟ੍ਰੇਲਰ ਵਿਨੀਪੈਗ ਵਾਲਿਆਂ ਦਾ, ਜੋ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਮੈਨੀਟੋਬਾ ਦੇ ਵਿੱਚ ਸ਼ਿਫਟ ਹੋ ਗਏ ਨੇ। ਇੱਥੇ ਤੁਹਾਨੂੰ ਵਾਸ਼, ਕੁਇਕ ਟਰੱਕ ਲੀਵ ਦੇ ਨਾਲ ਨਾਲ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਹੈ। ਇਸ ਤੋਂ ਇਲਾਵਾ ਪਹਿਲਾਂ ਵਾਂਗ ਡਰਾਈਵ ਇਨ ਵਿੰਡ ਸਕਰੀਨ ਚੇਂਜ ਕਰ ਦਿੰਦੇ ਨੇ, ਬ੍ਰੇਕ, ਇੰਜਨ ਆਇਲ ਓਵਰਹਾਲ, ਇੰਜਨ ਓਵਰਆਲ, ਇੰਜਨ ਰੀਬਿਲਟ, DOT ਸੇਫਟੀ, ਸੈਮੀ ਦੇ ਸਾਰੇ ਕੰਮ, ਟਰੱਕ ਟ੍ਰੇਲਰ ਦੀ ਜਿੰਨੇ ਵੀ ਕੰਮ ਨੇ ਵਨ ਸਟਾਪ ਤੁਹਾਨੂੰ ਬਲਤੇਜ ਸਿੰਘ ਪਨੇਸਰੋਰੀ ਕਰਕੇ ਦਿੰਦੇ ਨੇ। 2044592000 ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜੋ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹੈ ਕਰ ਰਹੀ ਹੈ, ਜਿਹੜੇ ਵੀਰ ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਨੇ, ਲੋਕਲ ਜੌਬ ਕਰਨਾ ਚਾਹੁੰਦੇ ਨੇ, ਅਤੇ ਡਿਸਪੈਚ ਵੀ ਉਹਨਾਂ ਦੀ ਸਹੂਲਤ ਦੇ ਵਿੱਚ ਪੰਜਾਬੀ 'ਚ ਕਰ ਦਿੱਤੀ ਜਾਂਦੀ ਹੈ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਬੇਕਰਸਫੀਲਡ ਏਰੀਏ ਦੇ ਵਿੱਚ ਤੁਸੀਂ ਸੋਲਰ ਸਿਸਟਮ ਲਵਾਉਣ ਤੇ ਪ੍ਰੋਪਰਟੀ ਜਾਂ ਘਰ-ਬਾਰ ਜਾਂ ਬਿਜ਼ਨਸ ਖਰੀਦਣ ਦੇ ਲਈ ਸੰਪਰਕ ਕਰ ਸਕਦੇ ਹੋ। ਟਰਸਟਡ ਨੇਮ ਹੈ ਜੀ ਜਤਿੰਦਰ ਸਿੰਘ ਤੂਰ ਹੋਰਾਂ ਦਾ 6617541722 ਤੇ। ਕੁਛ ਹੋਰ ਵਪਾਰਕ ਸੁਨੇਹੇ ਲੈ ਲਈਏ ਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਅੱਗੇ ਗੱਲਬਾਤ ਚਲਾਓ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਨ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017972354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Truck Lube.
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ Freightline ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਜੀ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਕਾਲਸ ਤਾਂ ਆਪਾਂ ਆਪਣੇ ਸਰੋਤਿਆਂ ਦੀਆਂ ਥੋੜ੍ਹਾ ਜਿਹਾ ਠਹਿਰ ਕੇ ਲਵਾਂਗੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾਂ ਤਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਵੈਲਕਮ ਕਰ ਲਵਾਂ, ਕਿਉਂਕਿ ਬੜੇ ਲੰਬੇ ਅਰਸੇ ਬਾਅਦ ਆਪਾਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਾਂ ਦੋਨੋਂ ਇਕੱਠੇ। ਜੀ ਮੈਂ ਭਾਵੇਂ ਹਾਜ਼ਰੀ ਲਵਾਉਂਦਾ ਰਿਹਾ, ਪਰ ਉਹ ਗੱਲ ਬਣਦੀ ਨਹੀਂ ਸੀ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਫੋਨ ਆਉਂਦੇ ਸੀ, ਫਿਕਰਮੰਦਗੀ ਵੀ ਜ਼ਾਹਰ ਕਰਦੇ ਸੀ, ਔਰ ਫਿਕਰਮੰਦਗੀ ਨਾਲੋਂ ਜ਼ਿਆਦਾ ਤੁਹਾਡੀ ਫਿਕਰਮੰਦਗੀ ਨਾਲ ਉਹਨਾਂ ਨੂੰ ਇਸ ਗੱਲ ਦਾ ਸੀ ਕਿ ਤੁਹਾਡਾ ਜਿਹੜਾ ਹੈਗਾ ਸਿਸਟਮ ਉਸ ਕਿਸਮ ਦਾ ਬਣ ਨਹੀਂ ਰਿਹਾ। ਭਾਵੇਂ ਉਹ ਮੁੰਡਾ ਯੰਗ ਹੈ, ਮੁੰਡਾ ਉਹਨੇ ਕੋਸ਼ਿਸ਼ ਕੀਤੀ ਬਣਾਉਣ ਦੀ ਕਾਫੀ। ਹਾਂ ਬਿਲਕੁਲ, ਚਲੋ ਫਿਰ ਵੀ ਖਾਨਾ ਪੂਰਤੀ ਹੋਈ ਹੈ ਜੀ, ਖਾਨਾ ਪੂਰਤੀ ਹੋਈ ਹੈ। ਚਲੋ ਹਾਜ਼ਰੀ ਸੀ ਇਸ ਵਾਸਤੇ। ਹਾਂ, ਆਪਾਂ ਮਤਲਬ ਬੰਦ ਨਹੀਂ ਕੀਤਾ, ਇਹ ਕਹਿ ਸਕਦੇ ਹਾਂ। ਵੈਸੇ ਇਹੋ ਜਿਹੀ ਪ੍ਰੋਬਲਮ ਦੇ ਵਿੱਚ ਤਾਂ ਪ੍ਰੋਗਰਾਮ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ, ਬਹੁਤ ਮੁਸ਼ਕਲ ਹੋ ਜਾਂਦਾ, ਪਰ ਉਹ ਕੀਤਾ ਕਰਾਇਆ। ਤੇ ਦੁਆਵਾਂ ਦੀਆਂ ਮਿੱਤਰਾਂ ਦੋਸਤਾਂ ਬਿਲਕੁਲ ਜੀ, ਬਹੁਤ ਸਰੋਤਿਆਂ ਦੇ ਨਾਲ ਹੈ ਜਿਹੜੇ ਐਡੇ ਵੱਡੇ ਸੰਕਟ ਚੋਂ ਨਿਕਲ ਆਏ ਹੋ। ਇਹ ਵੀ ਇੱਕ ਆਪਣੇ ਵਿੱਚ ਬਿਲਕੁਲ ਬਹੁਤ ਵੱਡਾ ਸੰਕਟ ਸੀ। ਜੀ ਜੀ ਢਿੱਲੋਂ ਸਾਹਿਬ, ਸੰਕਟ ਦੀ ਗੱਲ ਕੀਤੀ ਹੈ, ਮੈਂ ਇਸੇ ਸੰਕਟ ਨੂੰ ਥੋੜ੍ਹੀ ਜਿਹੀ, ਚਲੋ ਇਹ ਤਾਂ ਨਿੱਜੀ ਸੰਕਟ ਸੀ, ਗੁਰੂ ਮਹਾਰਾਜ ਦੀ ਮਿਹਰ ਹੋਈ, ਅਰਦਾਸਾਂ ਸੀ ਸਾਰਿਆਂ ਦੀਆਂ। ਵੈਸੇ ਤਾਂ ਕਹਿੰਦੇ ਕਿ ਹਸਪਤਾਲ ਜਾ ਕੇ ਵੀ ਮੁੜਨਾ ਬੜਾ ਮੁਸ਼ਕਿਲ ਹੋ ਜਾਂਦਾ। ਬੜੇ ਆਪਣੇ ਸੱਜਣ ਮਿੱਤਰ ਚੰਦੀ ਸਾਹਿਬ ਦੀ ਵੀ ਤੁਸੀਂ ਗੱਲ ਕਰ ਰਹੇ ਸੀ ਆਫ ਏਅਰ, ਪਰਮਾਤਮਾ ਉਹਨਾਂ ਨੂੰ ਵੀ ਸਿਹਤ ਯਾਫਤਾ ਕਰੇ ਜਲਦ। ਉਹ ਵੀ ਆਪਦੀ ਸੀਟ ਸੰਭਾਲਣ। ਬਾਈ ਪਰਮਿੰਦਰ ਟਵਾਣਾ, ਉਹਨਾਂ ਦੇ ਪਿਤਾ ਜੀ ਚਲੇ ਗਏ, ਉਹ ਆਪ ਵਿਚਾਰੇ ਬੜੀ ਮੁਸ਼ਕਿਲ ਨਾਲ ਖੜੇ ਹੋਏ ਨੇ। ਹਾਂਜੀ, ਗੱਲ ਤਾਂ ਨਹੀਂ ਹੋਈ ਆ ਕੇ ਹਸਪਤਾਲ ਤੋਂ ਉਹਨਾਂ ਨਾਲ, ਪਰ ਸਾਂਝੇ ਮਿੱਤਰਾਂ ਦੇ ਜ਼ਰੀਏ ਪਤਾ ਚੱਲਿਆ ਕਿ ਵਾਕਿਆ ਉਹ ਵੀ ਬਹੁਤ ਵੱਡੇ ਸੰਕਟ 'ਚੋਂ ਨਿਕਲੇ ਨੇ। ਹਾਲਾਤ ਤਾਂ ਢਿੱਲੋਂ ਸਾਹਿਬ ਇਹ ਹੋ ਗਏ ਸੀਗੇ ਕਿ ਜਦੋਂ ਮੈਂ ਤਾਂ ਫੇਸਬੁੱਕ ਦੇਖਣੀ ਹੀ ਬੰਦ ਕਰਤੀ ਸੀਗੀ, ਵੀ ਫੇਸਬੁੱਕ ਦੇ ਉੱਤੇ ਜਦੋਂ ਦੇਖਦੇ ਸੀ ਆਹ ਸੱਜਣ ਗਿਆ, ਉਹ ਗਿਆ, ਪਰਿਵਾਰ ਗਿਆ, ਬਹੁਤ ਮੁਸ਼ਕਿਲ ਜੇ ਆਪਾਂ ਆਖੀਏ ਕਿ ਸਦਮਾ ਜਿਹੜਾ ਹੈਗਾ ਨਾ, ਸਦਮਾ ਬਹੁਤ ਖਤਰਨਾਕ ਚੀਜ਼। ਬਿਮਾਰੀ ਦੇ ਵਿੱਚ ਸਦਮਾ ਬੜਾ ਖਤਰਨਾਕ ਹੁੰਦਾ ਹੈ, ਕਿਉਂਕਿ ਨਾਲ ਦੀ ਨਾਲ ਹੀ ਆਪਣਾ ਉਜਾੜਾ ਦੇਖਣਾ ਸ਼ੁਰੂ ਹੋ ਜਾਂਦਾ, ਆਪਣੇ ਪਰਿਵਾਰ ਦਾ ਜਿਹੜਾ। ਮੈਨੂੰ ਵੀ ਇਸ ਤਰ੍ਹਾਂ ਨਾਲ ਮਤਲਬ ਕੀ ਪਤਾ ਨਹੀਂ, ਇਹ ਤਾਂ ਵੱਡੇ ਵੱਡੇ ਡਾਕਟਰ ਕੇ ਅਗਰਵਾਲ ਵਰਗੇ ਬੰਦੇ, ਬਿਲਕੁਲ ਜੀ, ਜਿਹੜੇ ਬੈੱਡ ਤੋਂ ਪਏ ਵੀ ਲੋਕਾਂ ਨੂੰ ਹਾਰਟ ਦੀ ਟ੍ਰੇਨਿੰਗ ਦਿੰਦੇ ਰਹੇ ਡਾਕਟਰਾਂ ਨੂੰ, ਦੱਸਦੇ ਰਹੇ ਕਿਆ ਕਰ ਲਓ, ਆਪਣੇ ਆਪ ਉਹ ਨਹੀਂ ਬਚ ਸਕੇ। ਬਿਲਕੁਲ। ਚਲੋ ਸਭ, ਹੁਣ ਇੱਕ ਸੰਕਟ ਅਜਿਹਾ ਕੀ ਆ ਗਿਆ ਕਿ ਸਾਡੇ ਜਥੇਦਾਰ ਸਾਹਿਬ ਨੂੰ ਕਹਿਣਾ ਪੈ ਗਿਆ ਕਿ ਚਲੋ ਸਿੱਖ ਕੌਮ ਆਪਣੇ ਹਿੱਤਾਂ ਦੀ ਗੱਲ ਤਾਂ ਕਰਦੇ, ਪਰ ਉਹ ਕਹਿੰਦੇ ਕੌਮੀ ਹਿੱਤਾਂ ਲਈ ਸਿੱਖ ਇੱਕ ਮੰਚ ਤੇ ਇਕੱਠੇ ਹੋਣ, ਇਕੱਠੀ ਗੱਲ ਕਰਨ, ਭਾਈਵਾਲਤਾ ਦਾ ਪ੍ਰਤੀਕ ਬਣਨ। ਦੇਖੋ ਦਾਨੇਲੀਆ ਸਾਹਿਬ, ਜਿਹੜਾ ਮੁਕਾਮ ਸਾਡੇ ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਚੁਣਿਆ ਜੀ, ਉਹ ਸੱਲ ਬੜਾ ਡੂੰਘਾ ਹੈ, ਬੜਾ ਡੱਡ ਹੈ। 37 ਵਰੇ ਪਹਿਲਾਂ ਆਪਰੇਸ਼ਨ ਬਲੂ ਸਟਾਰ ਹੋਇਆ ਜੀ, ਔਰ ਉਸ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਜੋ ਨੁਕਸਾਨ ਹੋਇਆ, ਜਾਨੀ ਨੁਕਸਾਨ ਅਲੱਗ ਹੋਇਆ, ਮਾਲੀ ਨੁਕਸਾਨ ਅਲੱਗ ਹੋਇਆ, ਲੇਕਿਨ ਜਿਹੜਾ ਸਭ ਤੋਂ ਵੱਡਾ ਭਾਵਨਾਤਮਕ ਨੁਕਸਾਨ ਹੋਇਆ ਕਿ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਫੌਜੀ ਹਮਲਾ ਜੀ, ਉਹ ਵੀ ਆਪਣੀ ਹੁਕੂਮਤ ਵੱਲੋਂ ਕੀਤਾ ਜਾਣਾ, ਇਹ ਬਹੁਤ ਆਪਣੇ ਆਪ ਦੇ ਵਿੱਚ ਮੈਂ ਕਹਿ ਸਕਦਾ ਕਿ ਆਪਰੇਸ਼ਨ ਤਾਇਨਮਨ ਚੌਂਕ ਤੋਂ ਵੀ ਭੈੜਾ ਆਪਰੇਸ਼ਨ ਸੀ। ਉਹ ਕੁਛ ਵੀ ਨਹੀਂ ਸੀਗਾ, ਉਹ ਤਾਂ ਕੁਛ ਵੀ ਨਹੀਂ ਸੀ ਦੇ ਮੁਤਾਬਕ, ਕਿਉਂਕਿ ਇੱਕ ਮੁਕੱਦਸ ਜਗ੍ਹਾ ਆਪਦੀ ਸਰਕਾਰ ਹੋਵੇ, ਆਪਦੀ ਸਰਕਾਰ, ਆਪਣਾ ਦੇਸ਼ ਹੋਵੇ, ਆਪਦੀ ਸਰਕਾਰ ਨੇ ਆਪਣੇ ਦੇਸ਼ ਦੇ ਲੋਕਾਂ ਦੇ ਉੱਤੇ ਚਲਾਈਆਂ ਹੋਣ ਗੋਲੀਆਂ, ਉਹ ਵੀ ਨਹੀਂ ਹੱਥਿਆਂ ਤੇ, ਹਾਂਜੀ, ਟੈਂਕ ਬਾੜੇ ਹੋਣ, ਤੋਪਾਂ ਚਲਾਈਆਂ ਹੋਣ, ਇਹ ਸਾਰਾ ਕੁਛ ਜਿਹੜਾ ਹੋਇਆ ਭਾਰਤ ਦੇ ਇਤਿਹਾਸ ਦੇ ਵਿੱਚ, ਉਸ ਖਾਸ ਕਰਕੇ ਆਧੁਨਿਕ ਇਤਿਹਾਸ ਦੇ ਵਿੱਚ ਇਹ ਸਾਰਾ ਕੁਛ ਵਾਪਰਿਆ ਜੀ। ਠੀਕ, ਅਸੀਂ ਮੰਨਦੇ ਹਾਂ ਇਸ ਗੱਲ ਦੇ ਕਿ ਕੁਝ ਇਸ ਕਿਸਮ ਦੇ ਹਾਲਾਤ ਸੀ ਕਿ ਸਰਕਾਰ ਨੂੰ ਕੋਈ ਐਕਸ਼ਨ ਕਰਨਾ ਪੈਣਾ ਸੀ, ਲੇਕਿਨ ਇਹ ਤੋਂ ਬਚਿਆ ਜਾ ਸਕਦਾ ਸੀ। ਇਹ ਨਹੀਂ ਸੀ ਜ਼ਰੂਰੀ ਕਿ ਤੁਸੀਂ ਜ਼ਰੂਰ ਐਡਾ ਵੱਡਾ ਨੁਕਸਾਨ ਕਰਨਾ ਸੀ। ਨੁਕਸਾਨ ਤੋਂ ਬਗੈਰ ਹੋਰ ਬੜੇ
ਪ੍ਰਬੰਧ ਹੁੰਦੇ ਆ ਸਰਕਾਰਾਂ ਕੋਲ। ਜੇ ਆਪਾਂ ਦੇਖੀਏ ਉਹ ਤੋਂ ਬਾਅਦ ਆਪਰੇਸ਼ਨ ਇੱਕ ਹੋਰ ਹੋਇਆ ਸੀ ਬਲੈਕ ਥੰਡਰ। ਤੁਸੀਂ ਦੇਖੋ ਬਲੈਕ ਥੰਡਰ ਦੇ ਵਿੱਚ ਕੋਈ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਸੀ। ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਜਦੋਂ ਅਸੀਂ ਜਾਨੀ ਨੁਕਸਾਨ ਦੀ ਗੱਲ ਕਰਦੇ ਹਾਂ ਜ਼ਿਆਦਾਤਰ, ਕਿਉਂਕਿ ਇਹ ਜਦੋਂ ਇਹ ਦੁਖਾਂਤ ਵਾਪਰਿਆ ਉਸ ਵੇਲੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀ ਜੀ। ਔਰ ਗੁਰਪੁਰਬ ਦੀ ਵਜ੍ਹਾ ਕਾਰਨ ਸ਼ਰਧਾਲੂ ਵੱਡੀ ਤਾਦਾਦ ਦੇ ਵਿੱਚ ਉੱਥੇ ਆਏ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈਗਾ, ਦਰਬਾਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਨੂੰ ਅਸੀਂ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ। ਉਹਨਾਂ ਨੇ ਹੀ ਇਹਦਾ ਨੀਂਹ ਪੱਥਰ ਰਖਵਾਇਆ ਸੀ ਸਾਈਂ ਮੀਆਂ ਮੀਰ ਤੋਂ। ਸੋ ਲੋਕ ਉੱਥੇ ਗਏ ਸੀ ਤੇ ਜਿਹੜੇ ਲੋਕ ਗਏ ਆ ਉਹਨਾਂ ਨੂੰ ਇਹ ਕਹਿ ਦੇਣਾ ਕਿ ਉਹ ਅੱਤਵਾਦੀ ਹੈ, ਉਹ ਦਹਿਸ਼ਤਗਰਦ ਹੈ। ਹੁਣ ਤੁਸੀਂ ਦੇਖੋ, ਮੈਂ ਅੱਜ ਪ੍ਰੋਗਰਾਮ ਇੱਕ ਦੇਖ ਰਿਹਾ ਸੀ ਕਿ ਇੱਕ ਬੀਬੀ ਜੀ, ਉਹਦਾ ਹਸਬੈਂਡ ਮਾਰਿਆ ਗਿਆ, 18 ਦਿਨਾਂ ਦਾ ਬੱਚਾ ਉਹਦੇ ਗੋਦ ਚੁੱਕਿਆ ਹੋਇਆ ਸੀ, ਗੋਲੀ ਉਹਦੇ ਵੀ ਲੱਗੀ ਜੀ। ਕੱਲ ਮੈਂ ਬ੍ਰਿਗੇਡੀਅਰ ਗੁਰਾਇਆ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ। ਉਸ ਇੰਟਰਵਿਊ ਦੇ ਵਿੱਚ ਵੀ ਜੋ ਉਹਨਾਂ ਨੇ ਕੁਝ ਦੱਸਿਆ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਨੁਕਸਾਨ ਚਾਹੇ ਫੌਜ ਦਾ ਹੋਇਆ ਤੇ ਚਾਹੇ ਆਮ ਲੋਕਾਂ ਦਾ ਹੋਇਆ। ਇੱਥੋਂ ਤੱਕ ਕਿ ਉੱਥੇ ਕੁਝ ਲੁੱਟ ਮਾਰ ਵੀ ਹੋਈ ਵਗੈਰਾ ਵਗੈਰਾ, ਇਹ ਸਾਰਾ ਕੁਝ ਹੋਇਆ ਜੀ। ਹਰ ਸਾਲ ਅਸੀਂ ਇਸ ਦੁਖਾਂਤ ਨੂੰ ਜਿਹੜਾ ਹੈਗਾ ਯਾਦ ਕਰਦੇ ਹਾਂ। ਬਿਲਕੁਲ, ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਅਰਦਾਸਾਂ ਵੀ ਅਸੀਂ ਕਰਦੇ ਹਾਂ ਕਿ ਮੁੜ ਕੇ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਜੀ। ਇਹਨੂੰ ਅਸੀਂ ਕਿਸੇ ਵੀ ਰੂਪ ਦੇ ਵਿੱਚ ਕਹਿ ਲਈਏ, ਕੁਛ ਲੋਕ ਇਹਨੂੰ ਕਹਿੰਦੇ ਵੀ ਇਹ ਜੈਨੋਸਾਈਡ ਹੈ, ਇਹ ਨਸਲਕੁਸ਼ੀ ਹੈ, ਲੇਕਿਨ ਮੈਂ ਸਮਝਦਾ ਕਿ ਨਸਲਕੁਸ਼ੀ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ। ਕਿਉਂਕਿ ਅਸਲ ਨਸਲਕੁਸ਼ੀ ਜਿਹੜੀ ਹੈਗੀ ਹੈ ਉਹ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੀ ਦਿੱਲੀ ਦੇ ਵਿੱਚ ਹੋਈ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਈ ਹੈ। ਜਦੋਂ ਮਤਲਬ ਇਹ ਦੇਖਦੇ ਆ ਸਾਰੇ ਕਿ ਬੰਦਾ ਪੰਜਾਬੀ ਬੋਲਦਾ ਇਹ ਸ਼ਾਇਦ ਸਿੱਖ ਹੋਊਗਾ, ਉਹਨਾਂ ਦਾ ਬਹੁਤ ਉਹਨਾਂ ਨੇ ਧਰਮ ਨਹੀਂ ਦੇਖਿਆ, ਬਸ ਭਾਸ਼ਾ ਦੇਖ ਲਈ ਬਸ। ਔਰ ਇਸ ਨਸਲਕੁਸ਼ੀ ਦੀ ਗੱਲ ਇੱਥੇ ਨਹੀਂ ਰੁਕਦੀ, ਇਹ ਨਸਲਕੁਸ਼ੀ ਇੱਥੋਂ ਵੱਧਦੀ ਹੈ। ਮੇਰਾ ਇਹ ਮੰਨਣਾ ਕਿ ਜੇ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਨਾ ਹੋਇਆ ਹੁੰਦਾ, ਕਦੇ ਵੀ ਇੰਦਰਾ ਗਾਂਧੀ ਦਾ ਕਤਲ ਨਹੀਂ ਸੀ ਹੋਣਾ ਜੀ। ਤੇ ਜੇ ਇੰਦਰਾ ਗਾਂਧੀ ਦਾ ਕਤਲ ਨਾ ਹੋਇਆ ਹੁੰਦਾ ਤਾਂ ਕਦੇ ਵੀ ਜੈਨੋਸਾਈਡ, ਜਿਹਨੂੰ ਅਸੀਂ ਨਸਲਕੁਸ਼ੀ ਕਹਿ ਦਿੰਦੇ ਹਾਂ, ਸਿੱਖ ਕਤਲੇਆਮ ਕਹਿੰਦੇ ਹਾਂ, ਉਹ ਨਹੀਂ ਸੀ ਹੋਣਾ। ਤੇ ਜੇ ਉਹ ਕਤਲੇਆਮ ਨਾ ਹੁੰਦਾ ਤਾਂ ਕਦੇ ਵੀ ਬਾਬਰੀ ਮਸਜਿਦ ਨੇਸਤੋ ਨਾਬੂਦ ਨਾ ਹੁੰਦੀ। ਆਪਰੇਸ਼ਨ ਬਲੂ ਸਟਾਰ ਜਿਹੜਾ ਹੈਗਾ, ਇਹਨੂੰ ਅਸੀਂ ਇਕੱਲਾ ਆਪਰੇਸ਼ਨ ਬਲੂ ਸਟਾਰ ਨਹੀਂ ਕਹਿ ਸਕਦੇ। ਆਪਰੇਸ਼ਨ ਬਲੂ ਇਹ ਦਰਬਾਰ ਸਾਹਿਬ ਤੇ ਨਹੀਂ ਹੋਇਆ, ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਇੱਕ ਬਿੰਬ ਹੈ। ਇੱਕ ਬਿੰਬ ਹੈ, ਇਹਨੂੰ ਕਿੱਥੇ ਕਿੱਥੇ ਹਕੂਮਤ ਇਸਤੇਮਾਲ ਕਰਦੀ ਹੈ। ਜਿਹੜੀ ਆਪਰੇਸ਼ਨ ਬਲੂ ਸਟਾਰ 1984 ਚ ਦਰਬਾਰ ਸਾਹਿਬ ਤੇ ਹੁੰਦਾ ਹੈ, ਔਰ ਉਹੀ ਆਪਰੇਸ਼ਨ ਬਲੂ ਸਟਾਰ ਨਾ ਉਹਦਾ ਭਾਵੇਂ ਕੋਈ ਨਹੀਂ ਦਿੱਤਾ, ਇੱਕ ਹੋਰ ਤਰੀਕੇ ਦੇ ਨਾਲ ਸਟੇਟ ਗਵਰਨਮੈਂਟ ਔਰ ਸੈਂਟਰ ਦੀ ਸਰਪ੍ਰਸਤੀ ਦੇ ਨਾਲ ਉਹ ਕਿੱਥੇ ਹੁੰਦਾ ਹੈ, ਉਹ ਹੁੰਦਾ ਹੈ ਅਯੁੱਧਿਆ ਦੇ ਵਿੱਚ, ਜਿੱਥੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਜਾਂਦਾ। ਤੇ ਫਿਰ ਇੱਕ ਹੋਰ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ 2002 ਦੇ ਵਿੱਚ ਗੁਜਰਾਤ ਦੇ ਵਿੱਚ, ਜਿੱਥੇ ਇੱਕ ਮੁਸਲਿਮ ਕਤਲੇਆਮ ਹੁੰਦਾ ਹੈ। ਸੋ ਇੱਕ ਸਿਲਸਿਲਾ ਚੱਲਦਾ ਰਿਹਾ। ਤੇ ਜੇ ਮੈਨੂੰ ਫਿਰ ਅਗਲੀ ਗੱਲ ਕਹਿਣੀ ਪਊ ਤੇ ਫਿਰ ਅਗਲਾ ਆਪਰੇਸ਼ਨ ਬਲੂ ਸਟਾਰ ਇੱਕ ਹੋਰ ਹੁੰਦਾ ਹੈ, ਜਦੋਂ ਇਹ ਕਹਿਤਾ ਕਿ ਆਸਥਾ ਦੇ ਨਾਂ ਦੇ ਉੱਤੇ ਮੰਦਿਰ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਆਪਣੇ ਥਾਂ ਦੇ ਉੱਤੇ ਹੈ। ਤੇ ਉਹ ਤੋਂ ਅਗਲਾ ਪੜਾਅ ਫਿਰ ਆਪਰੇਸ਼ਨ ਬਲੂ ਸਟਾਰ ਦਾ ਹੁੰਦਾ ਕਿ ਜੀ ਸਬੂਤ ਨਹੀਂ ਮਿਲੇ ਜਿਨ੍ਹਾਂ ਨੇ ਬਾਬਰੀ ਮਸਜਿਦ ਸ਼ਹੀਦ ਕੀਤੀ ਸੀ, ਉਹ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਜਾਂਦੇ। ਸੋ ਇਹ ਗੱਲ ਹੈ, ਸਾਡੇ ਬੜੇ ਸਿੰਘ ਸਾਹਿਬਾਨ ਆਏ, ਜਥੇਦਾਰ ਸਾਹਿਬਾਨ ਆਏ, ਸਭ ਨੇ ਬੜੀਆਂ ਗੱਲਾਂ ਕੀਤੀਆਂ। ਤੇ ਕੱਲ ਫਿਰ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣੀ, ਉਹਨਾਂ ਨੇ ਜਿਹੜਾ ਕੌਮ ਨੂੰ ਸੰਦੇਸ਼ ਦਿੱਤਾ ਹੈ, ਉਸ ਸੰਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੌਮੀ ਹਿੱਤਾਂ ਵਾਸਤੇ, ਕੌਮੀ ਹਿੱਤਾਂ ਲਈ ਇੱਕ ਮੁੱਠ ਹੋਵੇ ਸਿੱਖ ਕੌਮ ਜੀ। ਮੇਰਾ ਖਿਆਲ ਹੈ ਵੀ ਸਿੱਖ ਕੌਮ ਨੂੰ ਤਾਂ ਕੌਮੀ ਹਿੱਤਾਂ ਵਾਸਤੇ ਕੀ, ਉਹਨਾਂ ਨੂੰ ਤਾਂ ਆਪਣੇ ਹਿੱਤਾਂ ਵਾਸਤੇ ਵੀ ਹੋਣਾ ਜ਼ਰੂਰੀ। ਜੇ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ ਤਾਂ ਇਹ ਮਾਈਨੋਰਿਟੀ 'ਚ ਹੈ। 2% ਇਹਨਾਂ ਦੀ ਆਬਾਦੀ ਹੈ, ਲੇਕਿਨ 2% ਆਬਾਦੀ ਵਾਲੇ ਲੋਕਾਂ ਨੂੰ ਜੇ ਅਸੀਂ ਦੇਖੀਏ, ਹਰ ਮੁਕਾਮ ਦੇ ਵਿੱਚ ਇਹਨਾਂ ਦੇ ਜਿਹੜੇ ਡੰਕੇ ਆ ਉਹ ਹਰ ਮੁਕਾਮ 'ਚ ਵੱਜਦੇ ਜੀ। ਦੁਨੀਆ ਦਾ ਉਹ ਕਿਹੜਾ ਦੇਸ਼ ਹੈ ਜਿੱਥੇ ਹਿੰਦੁਸਤਾਨ ਦੇ ਲੋਕ ਜਿਹੜੇ ਆ ਸਿੱਖਾਂ ਦੇ ਰੂਪ ਦੇ ਵਿੱਚ ਜਾ ਕੇ ਉਹ ਭਾਰਤ ਦਾ ਨਾਮ ਉੱਚਾ ਨਹੀਂ ਕੀਤਾ? ਉਹ ਕਿਹੜਾ ਦੇਸ਼ ਹੈ ਜਿੱਥੇ ਜਾ ਕੇ ਉਹਨਾਂ ਨੇ ਵੱਡੀਆਂ ਵੱਡੀਆਂ ਪਦਵੀਆਂ ਪ੍ਰਾਪਤ ਨਹੀਂ ਕੀਤੀਆਂ? ਆਪਾਂ ਕੁਝ ਦਿਨ ਪਹਿਲਾਂ, ਤੁਹਾਡੇ ਬਿਮਾਰ ਹੋਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਦੀ, ਬਿਲਕੁਲ ਜੀ, ਸੰਧੂ ਸਾਹਿਬ ਦੀ, ਕਿ ਸੰਧੂ ਸਾਹਿਬ ਜਿਹੜੇ ਹੈਗੇ ਜੀ ਬਹੁਤ ਵਧੀਆ ਭਾਰਤੀ ਰਾਜਦੂਤ ਹੈ ਤੇ ਆਪਣੇ ਇੱਕ ਮਿੱਤਰ ਹੈ, ਸਾਂਝੇ ਮਿੱਤਰੀ ਹੈ, ਹਰਵਿੰਦਰ ਸਿੰਘ ਧਾਲੀਵਾਲ, ਉਹ BC ਦੇ ਵਿੱਚ ਰਹਿੰਦੇ ਆ, ਕੈਨੇਡਾ ਦੇ ਵਿੱਚ। ਉਹਨਾਂ ਨੇ ਮੈਨੂੰ ਇੱਕ ਮੈਸੇਜ ਭੇਜਿਆ, ਮੇਰੇ ਨਹੀਂ ਯਾਦ ਸੀ, ਕਹਿੰਦਾ ਵੀ ਤੁਹਾਨੂੰ ਪਤਾ ਹੈ ਕਿ ਸੰਧੂ ਸਾਹਿਬ ਕੌਣ ਹੈ ਜੀ? ਤੇ ਮੈਂ ਤਾਂ ਅਜੇ ਮੇਰਾ ਤਾਂ ਸੁਨੇਹਾ ਉਡੀ ਕਹਿੰਦੇ, ਫਿਰ ਉਹਨਾਂ ਨੇ ਦੱਸਿਆ ਕਿ ਸੰਧੂ ਸਾਹਿਬ ਆਪਣੇ ਮਲਤਾਨੀਆਂ ਪਿੰਡ ਦੇ ਵਿੱਚ ਮੈਰਿਡ ਹੈ। ਅੱਛਾ ਜੀ, ਬਠਿੰਡੇ ਦੇ ਵਿੱਚ ਮਲਤਾਨੀਆਂ, ਬਠਿੰਡੇ ਦਾ ਹੀ ਕਿੱਸਾ ਕਹਿ ਲਈਏ ਆਪਾਂ, ਇਹ ਮੈਰਿਡ ਹੈ। ਤੇ ਦੂਰੋਂ ਨੇੜੇ ਉਹਨਾਂ ਦੇ ਰਿਸ਼ਤੇਦਾਰ ਵੀ ਹੈ, ਕਿਉਂਕਿ ਉਹਨਾਂ ਦੀ ਸਿਸਟਰ ਵੀ ਉੱਥੇ ਵਿਆਹੀ ਹੋਈ ਹੈ, ਪ੍ਰਿੰਸੀਪਲ ਸਾਹਿਬ ਰਹੇ ਉਹਨਾਂ ਦੇ ਜੀਜਾ ਜੀ। ਤੇ ਬੜਾ ਮਤਲਬ ਜੇ ਆਪਾਂ ਦੇਖੀਏ
ਕਿ ਜਦੋਂ ਆਪਾਂ ਤੰਦਾਂ ਜੋੜਦੇ ਆ ਕਿ ਕਿਤੇ ਦੀ ਕਿਤੇ ਸਾਡੇ ਲੋਕ ਜਾ ਕੇ ਉਹ ਨੁਮਾਇੰਦਗੀ ਕਿਹਦੀ ਕਰਦੇ ਆ, ਹਿੰਦੁਸਤਾਨ ਦੀ ਕਰਦੀ ਆ, ਐਡਾ ਉੱਚਾ ਨਾਂ ਕੀਤਾ ਵਾ। ਇਸ ਵਾਸਤੇ ਜਿਹੜੇ 2% ਦੀ ਕੌਮ ਨੇ ਐਡਾ ਉੱਚਾ ਨਾਂ ਹਾਸਲ ਕੀਤਾ ਵਾ, ਆਪਣਾ ਕੀਤਾ, ਆਪਣੇ ਧਰਮ ਦਾ ਕੀਤਾ, ਆਪਣੀ ਸਰਕਾਰ ਦਾ ਕੀਤਾ, ਆਪਣੇ ਦੇਸ਼ ਦਾ ਕੀਤਾ, ਲੇਕਿਨ ਉਹਨਾਂ ਨੂੰ ਪੈਰ ਪੈਰ ਦੇ ਉੱਤੇ ਜਿਹੜਾ ਹੈਗਾ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਲਈ ਯੂਨਿਟੀ ਦਾ ਬਹੁਤ ਜ਼ਰੂਰੀ ਹੈ। ਇਹ ਯੂਨਿਟੀ ਜਿਹੜੀ ਹੈਗੀ ਹੈ ਇੱਕ ਖਾਸ ਮੌਕੇ ਦੇ ਉੱਤੇ ਆ ਕੇ ਜਿਹੜਾ ਉਹਨਾਂ ਨੇ ਸੱਦਾ ਦਿੱਤਾ ਹੈ। ਖੈਰ, ਜਿਸ ਮੌਕੇ 'ਤੇ ਗਿਆਨੀ ਜੀ ਨੇ ਇਹ ਗੱਲ ਕਹੀ ਹੈ, ਅਸੀਂ ਖੈਰ ਮਕਦਮ ਕਹਿੰਦੇ ਕਿ ਘੱਟੋ ਘੱਟ ਇੱਕ ਲੰਬੇ ਸਮੇਂ ਬਾਅਦ ਉਹਨਾਂ ਨੇ ਏਕਤਾ ਦੀ ਗੱਲ ਤਾਂ ਕਹੀ ਹੈ। ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ, ਆਮ ਤੌਰ 'ਤੇ ਤੁਸੀਂ ਪਹਿਲਾਂ ਦੇਖਿਆ ਹੋਣਾ, ਅੱਗੇ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਦੇ ਉੱਤੇ ਜਦੋਂ ਉੱਥੇ ਭੀੜ ਇਕੱਤਰ ਹੁੰਦੀ ਸੀ, ਜੀ ਉਦੋਂ ਖਾਲਿਸਤਾਨ ਦੇ ਨਾਅਰੇ ਲੱਗਦੇ ਸੀ, ਪੱਗਾਂ ਲੈਂਦੀਆਂ ਚੱਲਦੀਆਂ ਸੀ, ਪੱਗਾਂ। ਹਾਂ, ਐਤਕੀ ਵੀ ਖਾਲਿਸਤਾਨ ਦੇ ਨਾਅਰੇ ਲੱਗੇ, ਲੇਕਿਨ ਗਿਆਨੀ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਨਾਅਰੇ ਲਾਉਣਾ ਕੋਈ ਵੱਡਾ ਪਾਪ ਨਹੀਂ, ਕੋਈ ਅਪਰਾਧ ਨਹੀਂ। ਇਹ ਗੱਲ ਵੈਸੇ ਭਾਰਤ ਦੀ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ। ਬਿਲਕੁਲ, ਇਹ ਭਾਰਤ ਦੀ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ਦਾ ਜਿਹੜਾ ਰਾਈਟ ਹੈ ਤੁਹਾਨੂੰ, ਉਹ ਭਾਰਤੀ ਸੰਵਿਧਾਨ ਨੇ ਦਿੱਤਾ। ਤੁਸੀਂ ਕਹਿ ਸਕਦੇ ਹੋ ਬਸ਼ਰਤੇ ਕਿ ਤੁਹਾਡਾ ਜਿਹੜਾ ਵਿਚਾਰ ਪ੍ਰਗਟ ਕਰ ਰਹੇ ਹੋ ਤੁਸੀਂ, ਉਹਦੇ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੁੰਦਾ ਹੋਵੇ, ਮਤਲਬ ਕੋਈ ਵਾਇਲੈਂਸ ਨਾ ਹੁੰਦੀ ਹੋਵੇ, ਹਿੰਸਕ ਘਟਨਾਵਾਂ ਨਾ ਵਾਪਰਨ, ਉਹ ਹਿੰਸਾ ਨੂੰ ਪ੍ਰਮੋਟ ਨਾ ਕਰਦੇ ਹੋਣ। ਸੋ ਮੈਂ ਕਹਿੰਦਾ ਵੀ ਗਿਆਨੀ ਜੀ ਨੇ ਚੰਗੀਆਂ ਗੱਲਾਂ ਕੀਤੀਆਂ, ਲੇਕਿਨ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਇਹਨਾਂ ਭਾਵਨਾਵਾਂ ਦੇ ਮੁਤਾਬਕ ਇਹਦੇ ਸਾਰੀਆਂ ਤਰ੍ਹਾਂ ਤੋਂ ਅਮਲ ਕਰਵਾਇਆ ਜਾਏ। ਇਹ ਗੱਲ ਅਮਲ ਵੀ ਕਰਨਾ, ਢਿੱਲੋਂ ਸਾਹਿਬ ਇਹਦੀ ਪੜਚੋਲ ਵੀ, ਇਸ ਬਦਲੇ ਸੇ ਕਿਉਂ ਜਨਾਬ ਨਜ਼ਰ ਆਤੇ ਹੈ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਦੇਖੋ ਹੁਣ ਇਹਦੇ ਵਿੱਚ ਆਪਾਂ ਗੱਲ ਕਰੀਏ ਕਿ ਦੇਖੋ ਇਸ ਮੌਕੇ ਸੁਰ ਬਦਲਣੇ, ਇਹੋ ਜਿਹੀਆਂ ਗੱਲਾਂ ਕਰਕੇ ਬੜਾ ਲੰਮਾ 37 ਸਾਲ ਦੇ ਵਿੱਚ ਕਿਤੇ ਇਹੋ ਜਿਹੀਆਂ ਗੱਲਾਂ ਨਹੀਂ ਵਾਪਰੀਆਂ ਸੀਗੀਆਂ, ਇਹੋ ਜਿਹੇ ਘਟਨਾਕ੍ਰਮ ਨਹੀਂ ਸੀ ਆਏ। ਇਹ ਵੀ ਕਿਉਂ ਆਏ? ਜੇਕਰ ਆਪਾਂ ਇਹ ਸਾਰੇ ਘਟਨਾਕ੍ਰਮ ਦੀ ਇੱਕ ਹੋਰ ਵੀ ਨਜ਼ਰ ਮਾਰੀਏ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਜ਼ਖਮੀ ਹੋਏ ਸੀ ਉਦੋਂ ਆਪਰੇਸ਼ਨ ਬਲੂ ਸਟਾਰ ਬਾਰੇ, ਉਹਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾ ਰਹੇ ਨੇ ਇਸ ਬਦਲੇ ਹੋਏ ਹਾਲਾਤਾਂ ਦੇ ਵਿੱਚ। ਇਹਦਾ ਕਾਰਨ ਇਹ ਹੈ ਕਿ ਇਸ ਵੇਲੇ ਅਸੀਂ ਚੋਣਾਂ ਦੇ ਮੁਹਾਨੇ 'ਤੇ ਖੜੇ ਹਾਂ। ਅਗਲੇ ਵਾਰੀ ਚੋਣਾਂ ਹੋਣਗੀਆਂ। ਚੋਣਾਂ ਤੋਂ ਪਹਿਲਾਂ ਜੇ ਆਪਾਂ ਦੇਖੀਏ ਸਥਿਤੀ ਕੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ, ਉਹਨਾਂ ਘਟਨਾਵਾਂ ਦੀ ਵਜ੍ਹਾ ਕਾਰਨ ਅਕਾਲੀ ਦਲ ਨੂੰ ਸਿੱਖ ਪੰਥ ਨੇ ਸਜ਼ਾ ਦਿੱਤੀ 2017 'ਚ। 1920 ਦਾ ਬਣਿਆ ਹੋਇਆ ਅਕਾਲੀ ਦਲ ਹਾਸ਼ੀਏ ਦੇ ਵਿੱਚ ਧੱਕਿਆ ਗਿਆ। ਆਪਣੇ ਇਤਿਹਾਸ ਦੇ ਵਿੱਚ ਸਭ ਤੋਂ ਮਾੜੀ ਸਥਿਤੀ ਅਕਾਲੀ ਦਲ ਦੀ ਹੈ, ਜਿਹੜੀ ਪਰਫਾਰਮੈਂਸ ਹੈ ਉਸ ਵੇਲੇ ਦੀ ਹੈ। ਅੱਜ ਵੀ ਜੇ ਅਸੀਂ ਦੇਖੀਏ, ਠੀਕ ਹੈ ਕਿ ਕੁਝ ਲੋਕ ਅਜੇ ਵੀ ਇੱਕ ਜਥੇਬੰਦੀ ਹੈ, ਜਥੇਬੰਦੀ ਦੇ ਕੋਲ ਇੱਕ ਜਥੇਬੰਦਕ ਢਾਂਚਾ ਬੜਾ ਹੈਗਾ, ਬੜੀ ਪੁਰਾਣੀ ਜਥੇਬੰਦੀ ਹੈ। ਲੋਕ ਉਹਨਾਂ ਦੇ ਨਾਲ ਹੈਗੇ, ਉਹਨਾਂ ਦੇ ਕੁਝ ਲੋਕ ਉਸ ਕਿਸਮ ਦੇ ਆ ਜਿਹੜੇ ਅਕਾਲੀ ਹੋਣ ਕਰਕੇ ਨਾਲ ਲੱਗੇ। ਕੁਛ ਲੋਕ ਉਹ ਹੈ ਜਿਨ੍ਹਾਂ ਨੇ ਹੁਕੂਮਤਾਂ ਦੇ ਦੌਰਾਨ ਬੜੇ ਮੁਨਾਫੇ ਖੱਟੇ ਆ, ਕਿਉਂਕਿ ਆਦਤ ਪਾ ਦਿੱਤੀ ਗਈ ਨਾ, ਇਹ ਲਹੂ ਲਾ ਦਿੱਤਾ ਨਵੀਂ ਪੀੜ੍ਹੀ ਨੂੰ, ਇਹ ਜਿਹੜਾ ਨਾ ਲਹੂ ਲਾਤਾ ਕਮਾਈ ਵਾਲਾ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਉਹ ਲੋਕ ਵੀ ਹੈਗੇ ਆ, ਸਾਰਾ ਕੁਛ ਹੈਗਾ ਉਹਦੇ ਨਾਲ। ਲੇਕਿਨ ਜੇ ਆਪਾਂ ਸਮੁੱਚਤਾ ਦੇ ਵਿੱਚ ਦੇਖੀਏ ਤਾਂ ਅਜੇ ਵੀ ਅਕਾਲੀ ਦਲ ਦਾ ਸਿੱਖ ਭਾਈਚਾਰੇ ਦੇ ਵਿੱਚੋਂ ਜਿਹੜੀ ਦੂਰੀ ਹੈ ਉਹ ਬਰਕਰਾਰ ਹੈ। ਸਿੱਖ ਭਾਈਚਾਰਾ ਹਾਲੇ ਅਕਾਲੀ ਦਲ ਕਹੀ ਗਏ ਨੇ ਬਾਦਲ ਪਰਿਵਾਰ ਤੋਂ, ਨਹੀਂ ਅਕਾਲੀ ਦਲ ਹੀ ਕਹਾਂਗੇ ਨਾ ਆਪਾਂ, ਕਿਉਂਕਿ ਅੱਜ ਕੱਲ੍ਹ ਬਾਦਲ ਪਰਿਵਾਰ ਹੀ ਅਕਾਲੀ ਦਲ ਦੇ ਉੱਤੇ ਕਾਬਜ ਹੈ। ਸਪਲਿੰਟਰ ਅਕਾਲੀ ਦਲ ਕੁਛ ਹੋਰ ਹੈਗੇ ਆ, ਬਣੇ ਆ, ਪਰ ਅਜੇ ਤੱਕ ਉਹਨਾਂ ਦੇ ਅਜੇ ਤੱਕ ਉਸ ਕਿਸਮ ਦੀ ਪਰਫਾਰਮੈਂਸ ਨਹੀਂ, ਕਿਉਂਕਿ ਅਸਲ ਅਕਾਲੀ ਦਲ ਉਹਨੂੰ ਮੰਨਿਆ ਜਾਂਦਾ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪ੍ਰਬੰਧ ਕੰਟਰੋਲ ਹੋਵੇ। ਉਹ ਕੰਟਰੋਲ ਇਸ ਕਰਕੇ ਸੀ ਅਕਾਲੀ ਦਲ ਕਹਾਂਗੇ। ਵੈਸੇ ਅਕਾਲੀ ਦਲ ਤਾਂ ਹੁਣ ਇਹ ਕਹਿ ਦਈਏ, ਜਿਵੇਂ ਕਿ ਕੁਝ ਲੋਕ ਉਹਨਾਂ ਦੇ ਵਿਰੋਧੀ ਕਹਿੰਦੇ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ, ਇੱਕ ਪਰਿਵਾਰ ਦੀ ਕੰਪਨੀ, ਪਰ ਇਹਦੇ ਬਾਵਜੂਦ ਵੀ ਉਹਨਾਂ ਕੋਲ ਸਾਰਾ ਕੁਛ ਹੈ। ਸੋ ਹੁਣ ਤੁਸੀਂ ਇਹ ਦੇਖੋ ਕਿ ਮੈਂ ਇਹਨੂੰ ਦੇਖਦਾ ਕਿ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ, ਫਿਰ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ। ਔਰ ਤੁਸੀਂ ਯਾਦ ਕਰੋ ਕਿ ਬਾਬੇ ਨਾਨਕ ਦਾ ਜਦੋਂ 500 ਸਾਲਾ ਪ੍ਰਕਾਸ਼ ਉਤਸਵ ਮਨਾਇਆ ਗਿਆ ਸੁਲਤਾਨਪੁਰ ਲੋਧੀ, ਉਹਨਾਂ ਪ੍ਰਬੰਧਾਂ ਦਾ ਕੰਟਰੋਲ ਵੀ ਅਨਆਫੀਸ਼ੀਅਲੀ ਬੀਬੀ ਜਗੀਰ ਕੌਰ ਕੋਲੇ ਸੀ। ਉੱਥੇ ਦੂਰੀਆਂ ਵੀ ਵਧੀਆਂ। ਉੱਥੇ ਕੋਈ ਜਿਹੜੀ ਹੈਗੀ ਹੈ, ਜਿਹੜੀ ਸੋਨੇ ਦਾ ਲਾਉਣਾ ਸੀ, ਪੱਤਰਾ ਲਾਉਣਾ ਸੀ, ਉਹਦੇ ਉੱਤੇ ਜਿਹੜੀ ਤੁਕ ਲਿਖੀ ਹੋਈ ਸੀ, ਉਸ ਤੁਕ ਨੂੰ ਲੈ ਕੇ ਵੀ ਕੁਛ ਵਿਰੋਧ ਹੋਏ ਸੀ, ਦੂਰੀਆਂ ਵਧੀਆਂ ਸੀ। ਬੀਬੀ ਨੂੰ ਥੋੜ੍ਹਾ ਜਿਹਾ ਪਾਸੇ ਵੀ ਕਰਤਾ ਸੀ। ਲੇਕਿਨ ਹੁਣ ਬਦਲੇ ਹੋਏ ਹਾਲਾਤਾਂ ਦੇ ਵਿੱਚ ਇਹ ਲੋੜ ਪੈ ਗਈ ਇਸ ਗੱਲ ਦੀ ਕਿ ਟਕਸਾਲੀ ਲੋਕ ਹੈ ਜਿਹੜੇ ਉਹ ਆਉਣੇ ਅੱਗੇ ਜ਼ਰੂਰੀ ਹੈ, ਤੇ ਬੀਬੀ ਜੀ ਨੂੰ ਲੈ ਆਂਦਾ। ਬੀਬੀ ਜੀ ਨੇ ਆ ਕੇ ਜਿਹੜਾ ਹੈਗਾ ਆਪਣਾ ਉਹਨਾਂ ਨੇ ਕੰਮ ਸ਼ੁਰੂ ਕੀਤਾ। ਠੀਕ ਹੈ, ਉਹ ਲੰਬਾ ਸਮਾਂ ਆਫਿਸ ਦੇ ਵਿੱਚ ਬੈਠਦੇ ਵੀ ਹੈ, ਸਾਰਾ ਕੁਛ ਕਰਦੇ ਆ। ਉਹਨਾਂ ਨੇ ਥੋੜ੍ਹਾ ਜਿਹਾ ਮਤਲਬ ਜਿਹੜਾ ਹੈਗਾ ਵਰਕਿੰਗ ਆਪਣੀ ਜਿਹੜੀ ਹੈਗੀ ਹੈ ਉਹ ਸੁਧਾਰੀ ਹੈ, ਦਿਖਾਇਆ ਉਹਨਾਂ ਨੇ ਕਿ ਮੇਰਾ ਕੰਟਰੋਲ ਹੈ। ਰਹੀ ਗੱਲ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਦੇਹ ਜਾਂ ਜਿਹੜਾ ਸਰੂਪ ਹੈ 37 ਸਾਲ ਪਹਿਲਾਂ ਜ਼ਖਮੀ ਹੋਇਆ ਸੀ, ਉਹ ਹੁਣ ਜਿਹੜਾ ਹੈਗਾ ਉਹ ਦਿਖਾਇਆ ਜਾ ਰਿਹਾ, ਦਰਸ਼ਨ ਕਰਵਾਏ ਜਾ ਰਹੇ। ਮੈਂ ਇੱਥੇ ਇੱਕ ਇੰਟਰਵਿਊ ਸੁਣ ਰਿਹਾ ਸੀ ਸਰਦਾਰ ਜਗਤਾਰ ਸਿੰਘ ਹੋਣਾ ਦੀ,
ਜਗਤਾਰ ਸਿੰਘ ਹੋਣੀ ਤੁਹਾਨੂੰ ਪਤਾ ਵੀ ਅੰਗਰੇਜ਼ੀ ਦੇ ਬਹੁਤ ਮੰਨੇ ਪਰਮੰਨੇ ਪੱਤਰਕਾਰ ਹੈ ਔਰ ਸਿੱਖ ਪੋਲਿਟਿਕਸ ਦੀ ਉਹਨਾਂ ਨੂੰ ਮੁਹਾਰਤ ਹੈ, ਉਹਦੇ 'ਤੇ ਉਹਨਾਂ ਦੀ ਬਹੁਤ ਸਟੱਡੀ ਹੈ। ਉਹਨਾਂ ਨੇ ਇਹ ਤੋਂ ਪਹਿਲਾਂ 2 ਕਿਤਾਬਾਂ ਵੀ ਲਿਖੀਆਂ ਤੇ ਉਹਨਾਂ ਕਿਤਾਬਾਂ ਦੀ ਬੜੀ ਚਰਚਾ ਹੈ। ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਜਦੋਂ ਹੋਇਆ ਹੈ, ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜੀ ਪਹਿਲੀ ਟੀਮ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਾਂਦੀ ਹੈ ਉਹਨੂੰ ਆਰਮੀ ਲੈ ਕੇ ਜਾਂਦੀ ਹੈ ਤੇ ਚੰਡੀਗੜ੍ਹ ਦੇ ਪੱਤਰਕਾਰਾਂ ਦੀ ਟੀਮ ਸੀ। ਉਸ ਟੀਮ ਦੇ ਵਿੱਚ ਸਰਦਾਰ ਜਗਤਾਰ ਸਿੰਘ ਹੋਣੀ ਵੀ ਸੀ, ਕਿਉਂਕਿ ਜਗਤਾਰ ਸਿੰਘ ਹੋਣਾ ਨੇ ਅੰਮ੍ਰਿਤਸਰ ਕੰਮ ਕੀਤਾ ਸੀ। ਉਹ ਦਰਬਾਰ ਸਾਹਿਬ ਦੇ ਕੋਨੇ-ਕੋਨੇ ਤੋਂ ਵਾਕਿਫ ਸੀ ਕਿ ਦਰਬਾਰ ਸਾਹਿਬ ਕੀ ਹੈ। ਉਹਨਾਂ ਨੂੰ ਜੋ ਖਦਸ਼ਾ ਸੀ ਉਹ ਕਹਿੰਦੇ ਇੱਕਦਮ ਮੈਂ ਉੱਪਰ ਗਿਆ, ਮੈਨੂੰ ਖਦਸ਼ਾ ਸੀ ਕਿ ਕੋਈ ਨਾ ਕੋਈ ਉੱਥੇ ਮਿਸ ਹੈਪਨਿੰਗ ਹੋਈ ਹੋਊਗੀ। ਉੱਪਰਲੇ ਪਾਸੇ ਗਿਆ ਤੇ ਉਹ ਕਹਿੰਦੇ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਸਰੂਪ ਹੈ ਉਹ ਥੱਲੇ ਡਿੱਗੇ ਹੋਏ ਸੀ, ਉਹਨਾਂ ਦੇ ਵਿੱਚ ਜ਼ਖਮ ਸੀ ਔਰ ਨਾਲ ਇੱਕ ਜਿਹੜੀ ਹੈਗੀ ਹੈ ਉੱਥੇ ਚਾਦਰ ਵਿੱਚ ਸਫੈਦ ਚਾਦਰ ਵੀ ਸੀ ਜਿਹੜੀ ਖੂਨ ਦੇ ਵਿੱਚ ਲੱਥਪੱਥ ਸੀ। ਇਹਦਾ ਮਤਲਬ ਉੱਥੇ ਜਿਹੜੇ ਪਾਠੀ ਸਿੰਘ ਸੀ ਉਹ ਵੀ ਸ਼ਹੀਦ ਹੋਏ ਹੋਣਗੇ। ਉਹ ਕਹਿੰਦੇ ਮੈਂ ਇਮੀਡੀਏਟ ਜਾ ਕੇ ਮਤਲਬ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੰਭਾਲ ਕੇ ਉਸੇ ਚਾਦਰ ਦੇ ਵਿੱਚ ਲਪੇਟ ਕੇ ਜੋ ਅਲਮਾਰੀ ਵਗੈਰਾ ਸੀ ਜਿੱਥੇ ਉਹਨਾਂ ਨੇ ਉੱਥੇ ਰੱਖੀ, ਥੱਲੇ ਚੱਕ ਕੇ ਉੱਪਰ ਰੱਖੀ। ਔਰ ਉਹ ਕਹਿੰਦੇ ਕਿ ਇਹ ਤੋਂ ਪਹਿਲਾਂ ਮੈਂ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਢਾਬੇ 'ਚ ਨਹੀਂ ਸੀ ਬੈਠਾ, ਕਿਉਂਕਿ ਵਿਚਾਰਧਾਰਕ ਤੌਰ ਦੇ ਉੱਤੇ ਉਹ ਲੈਫਟ ਵਾਲੇ ਸੀ। ਉਹਨਾਂ ਨੇ ਆਪਣੇ ਬਾਰੇ ਸ਼ਬਦ ਵਰਤਿਆ ਕਿ ਬਤੌਰ ਕਮਿਊਨਿਸਟ ਮੈਂ ਕਦੇ ਨਹੀਂ ਸੀ ਬੈਠਾ। ਲੇਕਿਨ ਇਹ ਵੀ ਤੁਸੀਂ ਇਹ ਦੇਖੋ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਕਿੱਥੇ ਗੱਲ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਸਰੂਪ ਸਾਹਿਬ ਤਾਬਿਆਂ 'ਚ ਜਿਹੜਾ ਬੰਦਾ ਨਹੀਂ ਸੀ ਬਹਿੰਦਾ ਉਹ ਸਰੂਪ ਸਾਹਿਬ ਨੂੰ ਸੰਭਾਲਦਾ ਹੈ। ਔਰ ਨਾਲ ਅਗਲੇ ਕਹਿੰਦੇ ਕਿ ਉਸ ਘਟਨਾਕ੍ਰਮ ਤੋਂ ਬਾਅਦ ਮੈਂ ਬਹੁਤ ਬੁਰੀ ਤਰ੍ਹਾਂ ਟੁੱਟ ਗਿਆ ਸੀ, ਕਿਉਂਕਿ ਜਿੱਥੇ ਸਾਡੀਆਂ ਜੜ੍ਹਾਂ ਭਾਵੇਂ ਕੋਈ ਵਿਚਾਰਧਾਰਾ ਕਿਸੇ ਦੀ ਕੁਛ ਵੀ ਹੋਵੇ ਲੇਕਿਨ ਸਾਡੀਆਂ ਜੜ੍ਹਾਂ ਤਾਂ ਸਿੱਖੀ ਦੇ ਨਾਲ ਜੁੜੀਆਂ ਹੋਈਆਂ, ਸਾਡੀਆਂ ਜੜ੍ਹਾਂ ਅਸੀਂ ਪੈਦਾ ਉੱਥੋਂ ਹੋਏ ਹੋਏ। ਉਹ ਕਹਿੰਦੇ ਜੀ ਮੈਂ ਉੱਥੇ ਪਹੁੰਚਿਆ ਸੀ ਔਰ ਮੈਂ ਸੰਭਾਲ ਕੇ ਰੱਖੀ ਸੀ। ਹੁਣ ਉਹਨਾਂ ਨੇ ਦੂਜਾ ਸਵਾਲ ਉਠਾਇਆ ਜਿਹੜਾ ਮੈਂ ਸਾਡੇ ਦਰਸ਼ਕਾਂ ਦੇ ਨਾਲ ਹੁਣ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੂੰਗਾ। ਉਹਨਾਂ ਨੇ ਕਿਹਾ ਠੀਕ ਹੈ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਉਸ ਵੇਲੇ ਹੋਈ ਹੈ, ਜਿਹੜੀ ਸਰੂਪ ਜ਼ਖਮੀ ਹੋਏ ਆ ਉਹ ਦਿਖਾਇਆ ਜਾ ਰਿਹਾ, ਪਰ ਅਕਤੂਬਰ 2015 'ਚ ਬਰਗਾੜੀ ਦੀਆਂ ਗਲਗਾਂ ਦੇ ਵਿੱਚ ਵੀ ਤਾਂ ਇਹੀ ਕੁਛ ਹੋਇਆ ਸੀ। ਉਹ ਕਿਉਂ ਨਹੀਂ ਦਿਖਾਇਆ ਜਾ ਰਿਹਾ? ਉਹਦੀ ਰਿਸਪੌਂਸਿਬਿਲਿਟੀ ਕਿਹਦੇ ਤੇ ਲਾਈ ਤੁਸੀਂ ਫਿਕਸ ਕਰੋਗੇ? ਕਿਹਦੀ ਫਿਕਸ ਕਿਹਦੇ ਤੇ ਕਰੋਗੇ? ਕਿਉਂਕਿ ਜਿਨ੍ਹਾਂ ਲੋਕਾਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ ਸੀ ਉਹਨਾਂ ਲੋਕਾਂ ਨੂੰ ਵੇਲੇ ਦੀ ਹਕੂਮਤ ਦੀ ਪੁਲਿਸ ਫੜ ਨਹੀਂ ਸੀ ਰਹੀ। ਵੇਲੇ ਦੀ ਪੁਲਿਸ ਕਿਉਂ ਨਹੀਂ ਸੀ ਫੜ ਰਹੀ? ਕਿਉਂਕਿ ਉਦੋਂ ਵੀ ਵੋਟਾਂ ਦੀ ਗੱਲ ਸੀ। ਸੋ ਅੱਜ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ, ਇਹਨੂੰ ਅਸੀਂ ਕਹਾਂਗੇ ਵੋਟ ਰਾਜਨੀਤੀ ਦੀ ਬਿਮਾਰੀ। ਇਹ ਉਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਔਰ ਇਹ ਤੋਂ ਵੱਧ ਮੈਨੂੰ ਨਹੀਂ ਲੱਗਦਾ ਕੁਝ ਹੋਰ। ਔਰ ਇਹੀ ਚੀਜ਼ ਹੈ ਕਿ ਜਿਹੜੇ ਸਾਡੇ ਲੋਕ ਹੈ, ਸਾਡੇ ਲੋਕਾਂ ਨੂੰ ਇਹ ਸਵਾਲ ਜਿਹੜੇ ਖੜੇ ਕਰਨੇ ਚਾਹੀਦੇ ਆ ਕਿ ਹਾਂ 2 ਘਟਨਾਵਾਂ ਵਾਪਰੀਆਂ ਆਪਣੇ ਆਪ ਦੇ ਵਿੱਚ। ਇੱਕ ਚਲੋ ਇੰਡੀਅਨ ਸਟੇਟ ਨੇ ਸਾਰੀ ਕਾਰਵਾਈ ਕੀਤੀ, ਦੂਜੀ ਜਿਹੜੀ ਹੈਗੀ ਹੈ ਜਿਹੜੇ ਸਿੱਖ ਧਰਮ ਨੂੰ ਨੀਮਾ ਦਿਖਾਉਣਾ ਚਾਹੁੰਦੇ ਆ ਕੁਝ ਡੇਰਾਧਾਰੀ ਉਹਨਾਂ ਡੇਰਾਧਾਰੀਆਂ ਨੇ ਕੀਤੀ ਤੇ ਸਾਡੀ ਪੰਥਕ ਹਕੂਮਤ ਹੋਵੇ। ਉਹ ਤਾਂ ਇੰਦਰਾ ਗਾਂਧੀ ਦੀ ਹਕੂਮਤ ਸੀ ਉਸ ਵੇਲੇ, ਕੇਂਦਰ ਦੇ ਵਿੱਚ ਇੰਦਰਾ ਗਾਂਧੀ ਦੀ ਹਕੂਮਤ ਸੀ, ਪੰਜਾਬ ਦੇ ਵਿੱਚ ਗਵਰਨਰੀ ਰਾਜ ਸੀ। ਲੇਕਿਨ ਜਦੋਂ ਅਕਤੂਬਰ 2015 ਦੇ ਵਿੱਚ ਇਹ ਕੁਛ ਹੋਇਆ ਉਦੋਂ ਤੱਕ ਗਵਰਨਰੀ ਰਾਜ ਨਹੀਂ ਸੀ, ਉਦੋਂ ਤਾਂ ਪੰਥਕ ਸਰਕਾਰ ਸੀ ਔਰ ਫਖਰੇ ਕੌਮ ਪੰਜਾਬ ਦਾ ਮੁੱਖ ਮੰਤਰੀ ਸੀ। ਤੇ ਜੇ ਆਪਾਂ ਹੋਰ ਪਰਤਾਂ ਖੋਲ ਕੇ ਦੇਖੀਏ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਦੁਨਿਆਵੀ ਤਖਤ ਦਾ ਜਥੇਦਾਰ ਜਿਹੜਾ ਸਰਦਾਰ ਹੈ ਉਹ ਬੁਲਾਉਂਦਾ, ਉਹ ਆਪਦੇ ਦਰਬਾਰ 'ਚ ਬੁਲਾਉਂਦਾ ਤੇ ਕਹਿੰਦਾ ਵੀ ਆਹ ਸਾਧ ਨੂੰ ਮਾਫ਼ ਕਰ ਦਿਓ ਤੇ ਉਹਨੂੰ ਮਾਫ਼ ਕੀਤਾ ਜਾਂਦਾ। ਇਹ ਕੌਣ ਜ਼ਿੰਮੇਵਾਰ ਹੈ ਇਹਦਾ? ਇਹ ਪੜਤਾਲ ਜਿਹੜੀ ਹੋਣੀ ਹੈ ਅਤੀ ਜ਼ਰੂਰੀ ਹੈ। ਠੀਕ ਹੈ, ਸਾਡੇ ਧਾਰਮਿਕ ਆਗੂਆਂ ਦੀ ਆਪਣੀ ਉਹੀ ਚੀਜ਼ਾਂ ਢਿੱਲੋਂ ਸਾਹਿਬ ਗੱਲ ਤਾਂ ਇਹੀ ਹੈ ਨਾ ਵੀ ਆਪਾਂ ਗੱਲ ਕੀਤੀ ਹੈ ਕਿ ਸਾਡੇ ਵਿੱਚ ਵੀ ਤਾਂ ਕਿੰਨੇ ਪਾੜੇ ਹੈ ਤੇ ਕਿੰਨੀਆਂ ਨੂੰ ਲਾਲਚ ਦਿੱਤੇ ਗਏ ਤੇ ਕਿਹੜੇ ਤਨਖਾਹਾਂ ਤੇ ਕਿਹਦੀਆਂ ਤਨਖਾਹਾਂ ਤੇ ਕੰਮ ਕਰਦੇ ਨੇ, ਬੋਲਦੇ ਮੂੰਹ 'ਚ ਹੋਰ ਨੇ, ਕੌਮ ਨੂੰ ਦਿਖਾਉਂਦੇ ਹੋਰ ਨੇ, ਢਿੱਡ 'ਚ ਕੁਛ ਹੋਰ ਹੈ, ਦਿਖਾਵਾ ਹੋਰ ਹੈ, ਕੁਛ ਅਸਲੀਅਤ ਕੁਛ ਹੋਰ ਹੈ। ਹਾਂਜੀ, ਬੜਾ ਕੁਛ ਆਪਾਂ ਦੇਖਦੇ ਹਾਂ, ਇਹਦੇ ਵਿੱਚ ਬੜੀਆਂ ਚੀਜ਼ਾਂ ਨੇ। ਹਰ ਥਾਂ ਦੇ ਉੱਤੇ ਹਰ ਕਿਤੇ ਵੀ ਕੋਈ ਕੌਮ ਨੂੰ ਵਿਪਤਾ ਪੈਂਦੀ ਹੈ ਤਾਂ ਉਹੀ ਬੰਦੇ ਚਾਰ ਕੇ ਪਹੁੰਚ ਜਾਂਦੇ। ਬਿਲਕੁਲ ਜੀ, ਬਿਲਕੁਲ ਠੀਕ ਹੈ ਨਾ ਜੀ। ਉਹ ਫਿਰ ਉਹਨੂੰ ਕਿਵੇਂ ਬਦਲਦੇ ਆ? ਪਾਣੀ ਦਾ ਰੁੱਖ ਹਾਂਜੀ ਚੇਂਜ ਕਰਦੇ ਕੁਐਸਚਨ ਇਸ ਕਿਸਮ ਦੇ ਰੇਜ਼ ਕਰਦੇ ਜਿਹਦਾ ਕੋਈ ਰੈਲੇਵੈਂਟ ਨਹੀਂ ਹੁੰਦਾ ਗਾ, ਉਹਨੂੰ ਚੇਂਜ ਕਰ ਦਿੰਦੇ ਨੇ, ਕਿੱਧਰ ਦੀ ਕਿੱਧਰ ਲੈ ਜਾਂਦੇ ਗੱਲ ਨੂੰ। ਚਲੋ ਸਭ ਕਿਸਾਨੀ ਮਸਲੇ ਦੇ ਉੱਤੇ ਤਾਂ ਸਿੱਖ ਕੌਮ ਦਾ ਮਸਲਾ ਸੀ, ਆਪਾਂ ਬੜਾ ਡਿਟੇਲ 'ਚ ਗੱਲ ਕੀਤੀ। ਚਲੋ ਆਉਂਦੇ ਦਿਨਾਂ ਵਿੱਚ ਕੈਮਰੇ ਦੇ ਉੱਤੇ ਵੀ ਇਸ ਦੇ ਉੱਤੇ ਚਰਚਾ ਕਰਾਂਗੇ। ਕਿਸਾਨੀ ਮਸਲਾ ਭਾਵੇਂ ਪੰਜਾਬ ਦੇ ਵਿੱਚ ਉਨਾ ਹੁਣ ਨਹੀਂ ਦਿਖਾ ਰਿਹਾ ਜਿੰਨਾ ਹਰਿਆਣੇ 'ਚ ਦਿਖਾ ਰਿਹਾ। ਹਰਿਆਣੇ 'ਚ ਬੜਾ ਪ੍ਰਚੰਡ ਹੋ ਗਿਆ ਇਹ। ਦੇਖੋ ਦਾਨਿਆਲ ਸਾਹਿਬ, ਪਹਿਲੀ ਗੱਲ ਤਾਂ ਹੈ ਕਿ ਹਰਿਆਣੇ ਨੂੰ ਤੇ ਪੰਜਾਬ ਨੂੰ ਮੈਂ ਦੋ ਨਹੀਂ ਸਮਝਦਾ। ਖੇਤੀ ਨੁਕਤਾ ਨਿਗਾਹ ਕਿਉਂਕਿ 1967 ਤੋਂ ਪਹਿਲਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦਾ ਬਹੁਤ ਵੱਡਾ ਹਿੱਸਾ ਸਾਰਾ ਪੰਜਾਬ ਦਾ ਹੀ ਭਾਗ ਹੁੰਦਾ ਸੀ ਜੀ।
ਉਹ ਤੋਂ ਪਹਿਲਾਂ ਜੇ ਅਸੀਂ ਦੇਖੀਏ ਤਾਂ ਜਿਹੜਾ ਪਾਕਿਸਤਾਨ ਦੇ ਵਿੱਚ ਲਹਿੰਦਾ ਪੰਜਾਬ ਆ ਇਹ ਵੀ ਸਾਡਾ ਹਿੱਸਾ ਹੁੰਦਾ ਸੀ। ਤੇ ਜੇ ਅਸੀਂ ਦੇਖੀਏ ਤਾਂ ਕਾਬਲ ਕੰਧਾਰ ਤੱਕ ਪੰਜਾਬ ਦੀਆਂ ਜਿਹੜੀਆਂ ਸਰਹੱਦਾਂ ਹੁੰਦੀਆਂ ਸੀ, ਬਿਲਕੁਲ ਜੀ ਬਿਲਕੁਲ। ਲਾਹੌਲ ਸਪੀਤੀ ਇਹ ਪੰਜਾਬ ਦਾ ਹਿੱਸਾ ਹੁੰਦਾ ਸੀ। ਸਾਰਾ ਤੁਹਾਡਾ ਗੁੜਗਾਉਂ, ਮਹਿੰਦਰਗੜ੍ਹ ਵਗੈਰਾ ਇਹ ਸਭ ਪੰਜਾਬ ਦਾ ਹਿੱਸਾ ਹੁੰਦਾ ਸੀ। ਇਹ ਲੋਕ ਪੰਜਾਬੀ ਹੈ ਤੇ ਪੰਜਾਬੀ ਜਿਹੜੇ ਖੇਤੀਬਾੜੀ ਨਾਲ ਜਿਹੜੇ ਜੁੜੇ ਹੁੰਦੇ, ਇਹਨਾਂ ਲੋਕਾਂ ਦਾ ਕਰੈਕਟਰ ਇੱਕ ਵੱਖਰੇ ਕਿਸਮ ਦਾ, ਖੇਤੀ ਦਾ ਕਰੈਕਟਰ ਤਾਂ ਵੈਸੇ ਹੀ ਵੱਖਰੀ ਹੈ। ਕਿਸੇ ਜ਼ਮਾਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਆਜ਼ਾਦੀ ਤੋਂ ਪਹਿਲਾਂ ਜਦੋਂ ਰਿਆਸਤਾਂ ਹੁੰਦੀਆਂ ਸੀ ਜੀ, ਰਿਆਸਤਾਂ ਦੇ ਵਿੱਚ ਜਿਹੜੇ ਹੈਗੇ ਆ ਗੈਰ ਸਿੱਖਾਂ ਨੂੰ ਪਹਿਲਾਂ ਭਰਤੀ ਨਹੀਂ ਕੀਤਾ ਜਾਂਦਾ ਸੀ ਫੌਜ ਦੇ ਵਿੱਚ ਜੀ। ਤੇ ਸਭ ਤੋਂ ਪਹਿਲਾਂ ਜਿਹੜੇ ਗੈਰ ਸਿੱਖਾਂ ਨੂੰ ਭਰਤੀ ਕੀਤਾ ਉਹ ਮਹਾਰਾਜਾ ਨਾਭਾ ਨੇ ਕੀਤਾ ਸੀ। ਨਾਭਾ ਨੇ ਕੀਤਾ ਤੇ ਮਹਾਰਾਜਾ ਨਾਭਾ ਨੇ ਉਦੋਂ ਇਹ ਗੱਲ ਜੋੜੀ ਸੀ ਕਿ ਜਿਹੜੇ ਗੈਰ ਸਿੱਖ ਉਹ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੋਣ, ਉਹ ਕਿਸੇ ਹੋਰ ਭਾਈਚਾਰੇ ਨਾਲ ਸੰਬੰਧਿਤ, ਜਿਹੜੇ ਖੇਤੀਬਾੜੀ ਕਰਦੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਭਰਤੀ ਕਰਾਂਗੇ, ਕਿਉਂਕਿ ਖੇਤੀਬਾੜੀ ਨਾਲ ਜੁੜੇ ਹੋਏ ਜਿਹੜੇ ਲੋਕ ਹੈ ਉਹ ਜਿਸਮਾਨੀ ਜੁੱਸੇ ਤੋਂ ਤਕੜੇ ਹੁੰਦੇ। ਦੂਜੀ ਗੱਲ ਹੈ ਵੀ ਉਹ ਫੈਸਲਾ ਲੈਣ ਦੇ ਵਿੱਚ ਵੀ ਬੜੇ ਪ੍ਰੌਂਪਟ ਹੁੰਦੇ ਆ, ਵੀ ਲੈ ਲਿਆ ਸਿਲਸਿਲਾ, ਤੇ ਉਹ ਲੜਨ ਮਰਨ ਵਾਸਤੇ ਵੀ ਸਾਰਾ ਤਿਆਰ ਰਹਿੰਦੇ। ਇਹੀ ਚੀਜ਼ ਜੇ ਅਸੀਂ ਦੇਖੀਏ 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਤੇ ਉਦੋਂ ਉਹਨਾਂ ਨੇ ਦੋ ਚੀਜ਼ਾਂ ਦੇਖੀਆਂ ਸੀ ਜੀ ਕਿ ਇਹ ਲੋਕ ਕੀ ਕਰ ਸਕਦੇ ਹੈ, ਇਹ ਬਹਾਦਰ ਵੀ ਹੈ ਤੇ ਇਹ ਲੋਕ ਕਿਸਾਨ ਵੀ ਬਹੁਤ ਤਕੜੇ ਹੈ ਜੀ। ਉਹਨਾਂ ਨੇ ਉਸ ਵੇਲੇ ਕਿਸਾਨੀ ਖੇਤੀ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਵੀ ਯੋਗਦਾਨ ਪਾਇਆ। ਤੁਹਾਨੂੰ ਪਤਾ ਨਹਿਰਾਂ ਪਹਿਲਾਂ ਨਹੀਂ ਸੀ, ਬਿਲਕੁਲ ਨਹੀਂ ਹੁੰਦੀਆਂ, ਨਹਿਰਾਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੋਇਆ ਸੀ ਤੇ ਫੌਜਾਂ ਦੇ ਵਿੱਚ ਵੀ ਭਰਤੀ ਕੀਤਾ ਸੀ ਸਿੱਖਾਂ ਨੂੰ। 1849 ਦੇ ਵਿੱਚ ਸਾਡਾ ਰਾਜ ਖੋਹਿਆ ਜਾਂਦਾ ਹੈ ਜੀ ਜੀ। ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਿਹੜਾ ਉਹ 98 ਸਾਲ ਉਹਨਾਂ ਨੇ ਰਾਜ ਕੀਤਾ ਅੰਗਰੇਜ਼ਾਂ ਨੇ, ਉਹ ਖੋਹਿਆ। ਤੇ 1857 ਦੇ ਵਿੱਚ ਜੀ 8 ਸਾਲ ਬਾਅਦ ਜਿਹੜਾ ਗਦਰ ਖੜਾ ਹੋਇਆ ਸੀ, ਉਸ ਗਦਰ ਨੂੰ ਦਬਾਉਣ ਦੇ ਵਿੱਚ ਵੀ ਸਿੱਖ ਫੌਜਾਂ ਦਾ ਯੋਗਦਾਨ ਸੀ, ਬਹੁਤ ਵੱਡਾ ਯੋਗਦਾਨ। ਫਿਰ ਉਹ ਤੋਂ ਬਾਅਦ ਤੁਸੀਂ ਦੇਖੋ ਕਿ ਪਹਿਲੀ ਵਰਲਡ ਵਾਰ, ਸੈਕੰਡ ਵਰਲਡ ਵਾਰ, ਉਹਦੇ ਵਿੱਚ ਜੇ ਅੰਗਰੇਜ਼ਾਂ ਨੂੰ ਜਾਂ ਜਿਹੜੇ ਅੰਗਰੇਜ਼ਾਂ ਦੇ ਮਿੱਤਰ ਦੇਸ਼ ਸੀ ਉਹਨਾਂ ਨੂੰ ਜੇ ਸਫਲਤਾ ਹਾਸਲ ਹੋਈ ਹੈ ਤੇ ਉਹਦੇ ਵਿੱਚ ਵੀ ਯੋਗਦਾਨ ਜਿਹੜਾ ਸਾਡਾ ਪੰਜਾਬੀਆਂ ਦਾ ਸੀ। ਠੀਕ ਹੈ, ਇਹੀ ਚੀਜ਼ ਜਿਹੜੀ ਦੇਖੀ ਆਪਾਂ ਹੁਣ ਉੱਥੇ ਕਿਸਾਨਾਂ ਨੂੰ ਜੇ ਦੇਖਦੇ ਆਪਾਂ ਹਰਿਆਣੇ ਵਾਲਿਆਂ ਨੂੰ, ਹੈ ਉਹ ਵੀ ਕਿਸਾਨ ਹੈ, ਕਿਸਾਨੀ ਨਾਲ ਖੇਤੀ ਨਾਲ ਜੁੜੇ ਹੋਏ ਹੈ। ਤੇ ਜਿਹੜਾ ਖੇਤੀ ਨਾਲ ਜੁੜਿਆ ਹੋਇਆ, ਜਦੋਂ ਉਹਨੂੰ ਪਤਾ ਕਿ ਮੇਰੀ ਖੇਤੀ ਦੇ ਉੱਤੇ ਅਟੈਕ ਹੁੰਦਾ ਹੈ ਤਾਂ ਉਹਦੀ ਹੋਂਦ ਤੇ ਅਟੈਕ ਹੁੰਦਾ, ਉਹਦੀਆਂ ਫਸਲਾਂ ਤੇ ਨਸਲਾਂ ਦਾ ਸਵਾਲ ਬਣ ਜਾਂਦਾ। ਬਿਲਕੁਲ ਜੀ। ਇਹ ਅੰਦੋਲਨ ਦੀ ਸ਼ੁਰੂਆਤ ਭਾਵੇਂ ਪੰਜਾਬ ਤੋਂ ਹੁੰਦੀ ਹੈ, ਲੇਕਿਨ ਇਹਨੂੰ ਪ੍ਰਚੰਡ ਕਰਨ ਦੇ ਵਿੱਚ ਹਰਿਆਣੇ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਪ੍ਰਚੰਡ ਕਰਨ ਵਾਲਾ ਸਿਲਸਿਲਾ ਅੱਜ ਵੀ ਬਰਕਰਾਰ ਹੈ। ਅਸਲ ਦੇ ਵਿੱਚ ਹੋਇਆ ਕੀ ਕਿ 1 ਜੂਨ ਦਾ ਦਿਨ ਹੈ ਜੀ। 1 ਜੂਨ ਦੇ ਦਿਨ ਦੇ ਉੱਤੇ, ਕਿਉਂਕਿ ਪਹਿਲਾਂ ਜਦੋਂ ਤੁਸੀਂ ਦੇਖਿਆ ਵੀ ਕਿਸਾਨਾਂ ਨੇ ਵੈਸੇ ਹੀ ਫੈਸਲਾ ਕਰ ਲਿਆ ਸੀ, ਕਿਸਾਨ ਸੰਘਰਸ਼ ਮੋਰਚੇ ਨੇ ਕਰ ਲਿਆ ਸੀ ਫੈਸਲਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੋਕ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਹਮਾਇਤ ਕਰਨ ਵਾਲੇ, ਉਹਨਾਂ ਦਾ ਭਾਈ ਅਸੀਂ ਘਿਰਾਓ ਕਰਾਂਗੇ, ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਜਨਤਕ ਜੀਵਨ ਦੇ ਵਿੱਚ ਵਿਚਰ ਨਹੀਂ ਦੇਵਾਂਗੇ। ਜੇ ਉਹਨਾਂ ਨੇ ਆਪਣੀ ਪ੍ਰਾਈਵੇਟ ਕੰਮ ਧੰਦਾ ਕਰਨਾ ਤਾਂ ਕਰਦੇ ਰਹਿਣ, ਅਸੀਂ ਉਹਨਾਂ ਨੂੰ ਰੋਕਾਂਗੇ ਨਹੀਂ, ਲੇਕਿਨ ਅਸੀਂ ਉਹਨਾਂ ਨੂੰ ਕੋਈ ਜਿਹੜੀ ਹੈਗੀ ਜਿੱਥੋਂ ਉਹਨਾਂ ਨੂੰ ਰਾਜਸੀ ਲਾਹਾ ਹੁੰਦਾ ਹੋਵੇ ਇਹੋ ਜਿਹਾ ਕੰਮ ਨਹੀਂ ਕਰਨ ਦੇਵਾਂਗੇ। ਅੱਜ ਵੀ ਤੁਸੀਂ ਦੇਖੋ ਵੀ ਬਹੁਤ ਸਾਰੇ ਥਾਵਾਂ 'ਤੇ ਧਰਨੇ ਲੱਗੇ ਹੋਏ, ਕਿਸਾਨਾਂ ਨੇ ਧਰਨੇ ਲਾਏ ਹੋਏ ਤੇ ਉਦੋਂ ਵੀ ਧਰਨੇ ਲੱਗੇ ਹੋਏ ਸੀ। ਜਦੋਂ ਕਾਂਗਰਸ ਪਾਰਟੀ ਨੇ ਉੱਥੇ ਬੇਵਸਾਈ ਦਾ ਮਤਾ ਲਿਆਂਦਾ ਜੀ ਤੇ ਮਤੇ ਦੇ ਹੱਕ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਸੀ, ਕੁਝ ਆਜ਼ਾਦ ਸੀ ਤੇ ਇੱਕ JJP ਹੈ ਜੀ, ਜਿਹੜੀ ਦੁਸ਼ਯੰਤ ਚੌਟਾਲਾ ਦੀ ਪਾਰਟੀ ਹੈ, ਉਹਨਾਂ ਨੇ ਵੀ ਉਹਦੀ ਮਦਦ, ਜਨ ਨਾਇਕ ਪਾਰਟੀ। ਤੇ ਤੁਹਾਡੀ ਯਾਦ ਹੋਣਾ ਵੀ ਜਦੋਂ ਉਹਦੇ ਹੱਕ ਵਿੱਚ ਵੋਟਾਂ ਪਾਉਣ ਤੋਂ ਪਹਿਲਾਂ ਪੱਤਰਕਾਰਾਂ ਨੇ ਪੁੱਛਿਆ ਸੀਗਾ ਇੱਕ ਬੰਦੇ ਨੂੰ, ਤਾਂ ਨਾਂ ਦਵਿੰਦਰ ਬੱਬਲੀ ਸੀ, ਟੋਹਾਣਾ ਤੋਂ MLA ਸੀ, ਕਿ ਤੁਹਾਡਾ ਕੀ ਵਿਚਾਰ ਹੈ? ਉਹਨੇ ਕਿਹਾ ਜੀ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਮੇਰੀ ਤਾਂ ਬੇਨਤੀ ਹੈ ਕਿ ਸਾਨੂੰ ਵਾਪਸ ਆ ਜਾਣਾ ਚਾਹੀਦਾ, ਸਰਕਾਰ ਦੇ ਵਿੱਚੋਂ ਬਾਹਰ ਨਿਕਲ ਜਾਣਾ ਚਾਹੀਦਾ, ਹਮਾਇਤ ਵਾਪਸ ਲੈ ਲੈਣੀ ਚਾਹੀਦੀ ਹੈ। ਤੇ ਜੇ ਹਮਾਇਤ ਵਾਪਸ ਨਹੀਂ ਲੈਣੀ ਤੇ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ, ਡੰਡੇ ਉਹਨਾਂ ਦੇ ਹੱਥਾਂ 'ਚ ਹੋਣਗੇ ਤੇ ਕੁੱਟਣਗੇ ਸਾਨੂੰ ਜੀ ਜੀ। ਤੇ ਬਿਹਤਰ ਇਹ ਹੈ ਫਿਰ ਸਾਨੂੰ ਜਿਹੜੇ ਹੈਗੇ ਹੈ ਲੋਹੇ ਦੇ ਅੰਡਰ ਗਾਰਮੈਂਟ ਬਣਾ ਦੇਣ, ਬਨਾਨਾ ਵੀ ਲੋਹੇ ਦੀਆਂ ਪਵਾ ਦੇਣ, ਕਛਹਿਰੇ ਵੀ ਲੋਹੇ ਦੇ ਪਵਾ ਦੇਣ ਤੇ ਸਿਰਾਂ ਦੇ ਉੱਤੇ ਟੋਪ ਵੀ ਲੋਹੇ ਦੇ ਬਣਾ ਦੇਣ, ਮਤਲਬ ਜਿਹੜੇ ਉਹ ਹੈਲਮਟ ਦਵਾ ਦੇਣ ਸਾਨੂੰ। ਜਿਹੜਾ ਬੰਦਾ ਇਹ ਗੱਲ ਕਹਿੰਦਾ ਸੀ, ਹੁਣ ਉਹ ਹਕੂਮਤ ਦੀ ਚੀਜ਼ ਇਹੋ ਜਿਹੀ ਹੋ ਗਈ ਵੀ ਉਹੀ ਦਵਿੰਦਰ ਬੱਬਲੀ ਜਾ ਰਿਹਾ ਹੈ ਵੈਕਸੀਨੇਸ਼ਨ ਦਾ ਉਦਘਾਟਨ ਕਰਨ ਵਾਸਤੇ। ਕਿਸਾਨਾਂ ਨੂੰ ਪਤਾ ਲੱਗ ਗਿਆ, ਕਿਸਾਨਾਂ ਨੇ ਵਿਰੋਧ ਕੀਤਾ। ਉਹ ਕਿਤੇ ਵਿਰੋਧ ਕਰਦਿਆਂ ਕਰਾਉਂਦਿਆਂ ਪਤਾ ਨਹੀਂ ਕਿਸ ਢੰਗ ਦੇ ਨਾਲ ਉਹਦੀ ਗੱਡੀ ਦਾ ਇੱਕ ਪਿਛਲਾ ਸ਼ੀਸ਼ਾ ਟੁੱਟ ਗਿਆ। ਅੱਛਾ ਜੀ। ਚਲੋ ਪਿਛਲਾ ਸ਼ੀਸ਼ਾ ਟੁੱਟ ਗਿਆ ਤੇ ਸ਼ੀਸ਼ੇ ਤੋਂ ਬਾਅਦ ਫਿਰ ਉਹ ਤਲਕ ਕਲਾਮੀ 'ਚ ਆ ਗਿਆ। ਉਹ ਇੰਨਾ ਆਪਣੇ ਆਪ ਤੋਂ ਆਪਾਂ ਖੋ ਬੈਠਾ ਕਿ ਗੰਦੀਆਂ ਗਾਲਾਂ ਕੱਢਣ ਲੱਗ ਪਿਆ। ਅੱਛਾ, ਗਾਲਾਂ ਕੱਢਣ ਲੱਗ ਪਿਆ। ਕਿਸਾਨਾਂ ਨੇ ਵੀ ਮੋਰਚਾ ਲਾ ਲਿਆ, ਗੱਲ ਹੀ ਕੁਛ ਆ ਜਾ ਫਿਰ। ਹਾਂਜੀ, ਪੁਲਿਸ ਵਾਲੇ ਸੀ, ਪੁਲਿਸ ਵਾਲੇ ਕਿਉਂਕਿ ਹੁਕੂਮਤ ਉਹਨਾਂ ਦੀ ਹੈ ਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਦਬਾ-ਦਬ ਕੀ ਕੀਤਾ ਕਿ ਮੁਕੱਦਮਾ ਦਰਜ ਕੀਤਾ, ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਕਰਤੀ। 2 ਅਹਿਮ ਜਿਹੜੇ ਹੈਗੇ ਉੱਥੋਂ ਦੇ ਆਗੂ ਕਿਸਾਨਾਂ ਦੇ ਜੀ, ਉਹਨਾਂ ਦੇ ਨਾਂ ਹੈਗੇ ਜੀ, ਇੱਕ ਦਾ ਨਾਂ ਤਾਂ ਹੈਗਾ ਰਵੀ ਆਜ਼ਾਦ
ਤੇ ਦੂਜੇ ਦਾ ਨਾਮ ਵਿਕਾਸ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਨਾਲ ਕੁਛ ਹੋਰ ਵੀ ਗ੍ਰਿਫਤਾਰ ਕਰ ਲਿਆ, ਲੇਕਿਨ 2 ਮੇਨ ਆਗੂ ਇਹ ਸੀ ਜੀ। ਗੁਰਨਾਮ ਸਿੰਘ ਚੜੂਨੀ ਜਿਹੜੇ ਉਹਨਾਂ ਦੇ ਸਟੇਟ ਦੇ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਕਹਿਤਾ ਜੀ ਇਹਨਾਂ ਨੂੰ ਲੋਕਾਂ ਨੂੰ ਰਿਹਾ ਕਰੋ, ਜੇ ਨਹੀਂ ਰਿਹਾ ਕਰੋਗੇ ਤਾਂ ਮੋਰਚਾ ਜੀ। ਤੇ ਉਹਨਾਂ ਨੇ ਨਾਲ ਦੀ ਨਾਲ ਹੀ ਉੱਥੇ ਆਪਣਾ ਧਰਨਾ ਲਾਤਾ। ਹਾਂਜੀ। ਧਰਨਾ ਲਾਉਣ ਤੋਂ ਬਾਅਦ ਫਿਰ ਜਿਹੜੇ ਹੈਗੇ ਜੋਗਿੰਦਰ ਯਾਦਵ ਤੇ ਰਕੇਸ਼ ਟਕੈਤ ਉਹ ਵੀ ਆ ਗਏ ਤੇ ਹੁਣ ਪਿਛਲੇ 2 ਦਿਨਾਂ ਤੋਂ ਜੀ ਉਹਨਾਂ ਨੇ ਪਰਮਾਨੈਂਟ ਧਰਨਾ ਲਾ ਕੇ ਤੇ ਇਹ ਕਰਤਾ ਵੀ ਸਾਰੇ ਅਸੀਂ ਘਰਾਓ ਕਰਾਂਗੇ। ਹਾਲਾਤ ਇੱਥੋਂ ਤੱਕ ਹੋ ਗਏ ਕਿ ਮਤਲਬ ਹੈ ਵੀ ਥਾਣੇ 'ਚ ਇੱਕੋ ਜਿਹੇ ਲੱਗਦੇ ਵੀ ਪੁਲਿਸ ਵਾਲੇ ਵੀ ਤੁਰੇ ਫਿਰਦੇ, ਦੇ ਵਿੱਚ ਕਿਸਾਨ ਵੀ ਤੁਰੇ ਫਿਰਦੇ। ਕਿਸਾਨਾਂ ਨੇ ਪੱਕਾ ਹੀ ਕਹਿਤਾ ਜੀ ਇਸ ਤੇ ਇੱਥੇ ਬੈਠਾਂਗੇ। ਉਹ ਕਹਿੰਦੇ ਜੀ ਸਾਡੇ ਬੰਦਿਆਂ ਨੂੰ ਛੱਡੋ। ਔਰ ਤੁਸੀਂ ਇਹ ਦੇਖੋ ਕਿ ਕਿਸਾਨਾਂ ਦੇ ਪ੍ਰੈਸ਼ਰ ਦਾ ਫੈਸਲਾ ਸੀ, ਆਪਣਾ ਦਾ ਇੱਕ ਨਤੀਜਾ ਹੈ ਕਿ ਦਵਿੰਦਰ ਬਬਲੀ ਆਇਆ ਰੈਸਟ ਹਾਊਸ ਦੇ ਵਿੱਚ, ਉਹਨੇ ਕਿਸਾਨ ਲੀਡਰਸ਼ਿਪ ਨੂੰ ਬੁਲਾਇਆ ਤੇ ਉਹਨੇ ਕਿਹਾ ਜੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਮੈਥੋਂ ਜਿਹੜਾ ਕੁਝ ਹੋ ਗਿਆ ਉਹ ਗਲਤ ਹੋ ਗਿਆ। ਜਿਨ੍ਹਾਂ ਲੋਕਾਂ ਤੋਂ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਮੈਂ ਉਹਨਾਂ ਨੂੰ ਮਾਫ ਕਰਦਾ, ਮੈਨੂੰ ਮਾਫ ਕਰ ਦਿਓ। ਪਰ ਹਰਿਆਣੇ ਦੀ ਪੁਲਿਸ ਜਿਹੜੀ ਉਹ ਇੰਨੀ ਹੈਂਕੜਵਾਜ ਹੈ ਜੀ, ਜਾਂ ਉਹਨਾਂ ਦੀ ਉੱਥੇ ਇੱਕ ਲੜਾਈ ਚੱਲਦੀ ਹੈ ਆਪਸ ਵਿੱਚ ਮੁੱਖ ਮੰਤਰੀ ਦੀ ਤੇ ਗ੍ਰਹਿ ਮੰਤਰੀ ਦੀ ਆਪਸ ਵਿੱਚ। ਹਾਂ, ਗ੍ਰਹਿ ਮੰਤਰੀ ਉਹਨੇ ਚਾਹੁੰਦਾ ਕਿ ਮੁੱਖ ਮੰਤਰੀ ਮੈਂ ਛੇਤੀ ਬਣਾ ਤੇ ਉਹ ਮੁੱਖ ਮੰਤਰੀ ਵਾਸਤੇ ਪ੍ਰੋਬਲਮਸ ਕ੍ਰੀਏਟ ਕਰਦਾ। ਪੁਲਿਸ ਉਹਦੇ ਮੁਤਹਿਤ ਹੈ ਜੀ। ਉਹਨੇ ਕਹਿਤਾ ਜੀ ਇਹਨਾਂ ਨੂੰ ਛੱਡਣਾ ਨਹੀਂ ਕਿਸਾਨਾਂ ਨੂੰ। ਉਹਨੇ ਲਿਖ ਕੇ ਦੇ ਦਿੱਤਾ, ਦਵਿੰਦਰ ਬਬਲੀ ਨੇ ਕਿਹਾ ਲਓ ਜੀ ਮੈਂ ਲਿਖ ਕੇ ਦਿੱਤਾ, ਮੈਂ ਆਪਣੀ ਕੰਪਲੇਂਟ ਵਾਪਸ ਲੈਣਾ ਜੀ। ਇਹ ਠੀਕ ਹੈ, FIR ਦਰਜ ਹੋ ਗਈ, FIR ਦਾ ਨਿਪਟਾਰਾ ਤਾਂ ਜਾ ਕੇ ਕੋਰਟ 'ਚ ਹੋਣਾ ਬਿਲਕੁਲ। ਲੇਕਿਨ ਇਹਦਾ ਜਿਹੜਾ ਇਹਨੂੰ ਆਪਾਂ ਕਹਿ ਸਕਦੇ ਹਾਂ ਜੈਂਟਲ ਤਰੀਕਾ ਜਿਹੜਾ ਹੈਗਾ ਤੌਰ ਤਰੀਕਾ ਇਹ ਹੁੰਦਾ ਕਿ ਜਦੋਂ ਰਾਜੀਨਾਮਾ ਹੋ ਜਾਂਦਾ ਹੈ ਪੁਲਿਸ ਉਦੋਂ ਆਪਣੇ ਆਪ ਹੀ ਕਹਿੰਦੀ ਹੈ ਜੀ ਸਾਨੂੰ ਕੋਈ ਇਤਰਾਜ਼ ਨਹੀਂ ਗਾ, ਇਹਨਾਂ ਬੰਦਿਆਂ ਨੂੰ ਤੁਸੀਂ ਜ਼ਮਾਨਤ ਦੇ ਦਿਓ, ਜ਼ਮਾਨਤ ਕਰੋ ਜਾਂ ਡਿਸਚਾਰਜ ਕਰ ਦਿਓ, ਸਾਨੂੰ ਲੋੜ ਨਹੀਂ। ਕਿਉਂਕਿ ਮਾਮਲੇ ਨੂੰ ਠੰਡਾ ਕਰਨਾ ਹੁੰਦਾ, ਮਾਮਲੇ ਨੂੰ ਵਧਾਉਣਾ ਨਹੀਂ ਹੁੰਦਾ। ਪੁਲਿਸ ਮਾਮਲੇ ਨੂੰ ਵਧਾਉਣ ਤੇ ਲੱਗੀ ਪਈ ਹੈ, ਜਿਹਦੇ ਨਾਲ ਹੀ ਉਹਨਾਂ ਨੇ ਫਿਰ ਫੈਸਲਾ ਹੋਰ ਕਰ ਲਿਆ ਜੀ। ਉਹ ਕਹਿੰਦੇ ਜੀ ਫਿਰ ਅੱਜ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਸਾਰੇ ਥਾਣੇ ਆ ਜਿਹੜੇ ਹਰਿਆਣੇ ਦੇ ਸਾਰੇ ਥਾਣੇ ਦਾ ਘਰਾਓ ਕਰਾਂਗੇ। ਅੱਛਾ ਜੀ। ਔਰ ਕਿਸਾਨੀ ਜਿਹੜੀ ਹਰਿਆਣੇ ਦੀ ਤਾਂ ਉਬਲੀ ਪਈ ਹੈ, ਉਹਨਾਂ ਨੂੰ ਆਪਾਂ ਨੂੰ ਪਤਾ ਇਸ ਗੱਲ ਦਾ ਕਿ ਡਿਪਟੀ ਮੁੱਖ ਮੰਤਰੀ ਦਾ ਹੈਲੀਕਾਪਟਰ ਉਹ ਨਹੀਂ ਉਤਰਨ ਦਿੰਦੇ, ਮੁੱਖ ਮੰਤਰੀ ਦਾ ਹੈਲੀਕਾਪਟਰ ਉਹ ਨਹੀਂ ਉਤਰਨ ਦਿੰਦੇ, ਉਹਨਾਂ ਨੂੰ ਉਹ ਵਿਚਰ ਨਹੀਂ ਦਿੰਦੇ ਸ਼ਰੇਆਮ, ਚੋਰੀ ਛਿਪੇ ਆਉਂਦੇ, ਕੋਈ ਪੁਲਿਸ ਲਾਈਨ 'ਚ ਆ ਕੇ ਫੰਕਸ਼ਨ ਕਰ ਜਾਂਦਾ। 2 ਦਿਨ ਮੁੱਖ ਮੰਤਰੀ 2 ਦਿਨ ਪਹਿਲਾਂ ਮੁੱਖ ਮੰਤਰੀ ਨੇ ਇੱਕ ਫੰਕਸ਼ਨ ਕੀਤਾ ਹੈ, ਉੱਥੇ ਜਿਹੜਾ ਦਿੱਤਾ ਹੋਇਆ ਟਾਈਮ ਸੀ ਤੂੰ 2 ਘੰਟੇ ਪਹਿਲਾਂ ਹੀ ਆ ਗਿਆ ਜੀ, ਪਹਿਲਾਂ ਆ ਕੇ ਤੇ ਆਪਣਾ ਕੰਮ ਮੁਕਾ ਗਿਆ। ਚਲੋ ਹੁਣ ਹੋ ਗਿਆ। ਹੁਣ ਉਹਦਾ ਨਤੀਜਾ ਇਹ ਹੋਇਆ ਜੀ, ਹੁਣੇ ਖਬਰ ਆਈ ਹੈ, ਮੈਂ ਦੇਖ ਰਿਹਾ ਸੀ ਕਿ ਦੋਨੇ ਜਿਹੜੇ ਕਿਸਾਨ ਆਗੂ ਉਹਨਾਂ ਨੂੰ ਰਿਹਾ ਕਰਤਾ। ਰਵੀ ਨੂੰ ਵੀ ਕਰਤਾ ਤੇ ਵਿਕਾਸ ਨੂੰ ਵੀ ਕਰਤਾ, ਪਰ 1-2 ਰਹਿ ਗਏ ਹਾਲੇ ਅੰਦਰ ਬੈਠੇ। ਹਾਂ, ਉਹ ਕਿਸਾਨ ਕਹਿੰਦੇ ਵੀ ਜਿੰਨੀ ਦੇਰ ਉਹਨਾਂ ਨੂੰ ਨਹੀਂ ਕਰਦੇ, ਚਲੋ ਅਸੀਂ ਕਹਿੰਦੇ ਵੀ ਸਾਰੇ ਥਾਣੇ ਦਾ ਘਰੌਤਾ ਨਹੀਂ ਕਰਦੇ, ਸਾਡੇ 2 ਅਹਿਮ ਬੰਦੇ ਬਾਹਰ ਆ ਗਏ ਹੈ, ਜਿੰਨੀ ਦੇਰ ਦੂਜਿਆਂ ਨੂੰ ਰਿਹਾ ਨਹੀਂ ਕਰਦੇ ਅਸੀਂ ਮੋਰਚਾ ਨਹੀਂ ਆਪਦਾ ਛਾਣੇ ਵਾਲਾ ਉਹੀ ਦੱਬਿਆ ਹੋਇਆ। ਤੇ ਮੇਰਾ ਖਿਆਲ ਹੈ ਵੀ ਹੁਣ ਸਰਕਾਰ ਹੁਣ ਬੜਾ ਪ੍ਰੈਸ਼ਰ ਜਿਹੜਾ ਇਦੋਂ ਬਾਅਦ ਚੱਲ ਨਹੀਂ ਸਕਦੀ, ਹੋਰ 10-20 ਮਿੰਟਾਂ ਨੂੰ, ਘੰਟੇ 2 ਘੰਟੇ ਨੂੰ ਉਹਨੂੰ ਵੀ ਰਿਹਾ ਕਰ ਦੇਣਗੇ। ਉਮੀਦ ਆ ਵੀ ਰਾਤ ਤੱਕ ਸ਼ਾਇਦ ਧਰਨਾ ਚੁੱਕਿਆ ਜਾਵੇ ਜੀ। ਇੱਕ ਢਿੱਲੋਂ ਸਾਹਿਬ ਕਹਾਣੀ ਕਹਾਵਤ ਆਮ ਹੀ ਕਹਿੰਦੇ ਅੰਨਾ ਵੰਡੇ ਰੇਵੜੀਆਂ ਮੁੜ ਮੁੜ ਕਰਦੇ ਨੂੰ ਜੀ। ਅਕਸਰ ਤਾਂ ਇਹ ਸੁਣਦੇ ਹੁੰਦੇ ਸੀਗੇ ਵੀ ਆਪਣੇ ਪੰਜਾਬ ਦੇ ਵਿੱਚ ਵੀ ਜੇ ਕੋਈ DC ਜਾਂ SSP ਆਉਂਦਾ ਉਹ ਆਪਦੇ ਨਾਲ ਆਪਦਾ ਕੁਣਬਾ ਲੈ ਆਉਂਦਾ ਜੀ, ਜਿਹੜਾ ਪੱਕਾ ਹੀ ਤੁਰਿਆ ਫਿਰਦਾ ਜੀ। ਹੁਣ ਕਹਿੰਦੇ ਕੁਣਬਾ ਰਾਜ ਭਵਨ 'ਚ ਵੀ ਪਹੁੰਚ ਗਏ। ਦੇਖੋ ਜਿੱਥੋਂ ਤੱਕ DC ਤੇ SSP ਦਾ ਆਉਂਦਾ ਕੁਣਬਾ ਜਿਹੜਾ ਨਾਲ ਲੈ ਕੇ ਆਉਂਦੇ ਆ, ਕੁਣਬਾ ਉਹ ਆਪਦੇ ਰਿਸ਼ਤੇਦਾਰ ਨਹੀਂ ਲਿਆਉਂਦੇ। ਹਾਂਜੀ, ਉਹਨਾਂ 'ਚ ਹੁੰਦੇ ਕਿ ਜਿੱਥੇ ਪਹਿਲਾਂ ਲੱਗੇ ਹੁੰਦੇ ਉੱਥੋਂ ਦਾ ਰੀਡਰ ਲੈ ਲਿਆ, ਉੱਥੋਂ ਦੇ ਗਨਮੈਨ ਨੇ ਲੈ ਲਏ, PSO ਲੈ ਲਿਆ, ਜਿਹੜਾ ਸਟਾਫ ਹੈ ਉਹਦਾ ਦਫ਼ਤਰੀ ਸਟਾਫ, ਉਹ ਦਫ਼ਤਰੀ ਸਟਾਫ ਨੂੰ ਲੈ ਲੈਂਦੇ ਜਾਂ ਸਿਕਿਉਰਿਟੀ ਵਾਲਿਆਂ ਨੂੰ ਲੈ ਆਉਂਦੇ। ਇਹ ਆਪਾਂ ਆਮ ਹੀ ਦੇਖਦੇ ਹਾਂ। 1-2 ਵਾਰੀ ਇਹ ਵੀ ਹੋਇਆ, ਪੰਜਾਬ ਦੇ DGP ਨੇ ਆਰਡਰ ਵੀ ਕੱਢੇ ਸੀ ਕਿ ਜਿੱਥੇ ਜਾਣਾ ਜਾ ਕੇ ਉੱਥੋਂ ਦਾ ਸਟਾਫ ਲਓ, ਆਪਦੇ ਬੰਦੇ ਨਾਲ ਲੈ ਕੇ ਜਾਓ। ਇੱਕ ਦਾ ਬੰਦਾ ਹੁੰਦਾ ਜੀ, ਤੇ ਕਈ ਵਾਰੀ ਫਿਰ ਜਿਹੜੇ ਮਗਰ ਆਏ ਹੁੰਦੇ ਆ ਬੰਦੇ ਉਹ ਆ ਕੇ ਗੁੱਲ ਵੀ ਖੜਾ ਦਿੰਦੇ ਕਿ ਪੈਸੇ ਧੇਲੇ ਦੇ ਲੈਣ ਦੇਣ ਦਾ ਬੜਾ ਕੁਛ ਹੁੰਦਾ, ਚੱਲਦਾ ਚਲਾਉਂਦਾ, ਉਹ ਆਮ ਆਪਾਂ ਦੇਖਿਆ ਹੀ ਹੈ। ਲੇਕਿਨ ਰਾਜ ਭਵਨ ਇੱਕ ਅਜਿਹੀ ਚੀਜ਼ ਹੈ ਕਿ ਰਾਜ ਭਵਨ ਦੇ ਵਿੱਚ ਜਦੋਂ ਗਵਰਨਰ ਸਾਹਿਬ ਆਉਂਦੇ ਆ ਨਾ, ਉਹਨਾਂ ਦੇ ਕੋਲੇ ਆਪਦਾ ਸੂਟਕੇਸ ਹੁੰਦਾ ਜੀ। ਉਹ ਸੂਟਕੇਸ ਲੈ ਕੇ ਜਦੋਂ ਆਉਂਦੇ, ਟ੍ਰੇਨ ਤੇ ਉਤਰਨ, ਹਵਾਈ ਜਹਾਜ਼ ਤੇ ਉਤਰਨ, ਰਾਜ ਭਵਨ ਦੀਆਂ ਉਹਨਾਂ ਨੂੰ ਗੱਡੀਆਂ ਲੈ ਕੇ ਆਉਂਦੀਆਂ ਤੇ ਉਹ ਆ ਕੇ ਫਿਰ ਉੱਥੇ ਜਿਹੜਾ ਬਣਿਆ ਸਿਸਟਮ ਹੁੰਦਾ ਉੱਥੇ ਬਹਿ ਜਾਂਦਾ। ਬਹੁਤ ਸਮਾਂ ਪਹਿਲਾਂ ਮੈਨੂੰ ਜਗਨਨਾਥ ਕੌਸ਼ਲ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਜਗਨਨਾਥ ਕੌਸ਼ਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਬਹੁਤ ਸੀਨੀਅਰ ਵਕੀਲ ਸੀ, ਆਪਣੇ ਸਮੇਂ ਦੇ ਸਭ ਤੋਂ ਸੀਨੀਅਰ ਵਕੀਲ ਸੀ, ਔਰ ਉਹ ਭਾਰਤ ਦੇ ਲਾਅ ਮਿਨਿਸਟਰ ਵੀ ਰਹੇ ਸੀ ਜੀ। ਇੱਕ ਜਿਹੜਾ ਹੈਗਾ ਐਂਟੀ ਡਿਫੈਕਸ਼ਨ ਕੇਸ ਦੇ ਵਿੱਚ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਸੀਗੀ, ਗੱਲਾਂ ਬਾਤਾਂ ਹੋਣ ਲੱਗ ਪਈਆਂ। ਬੰਦੇ ਬੜੇ ਹੋਰ ਰਮਨੀਕ ਸੀਗੇ, ਕਈ ਵਾਰੀ ਗੱਲਾਂ ਲੱਗ ਜਾਂਦੇ, ਰੌਣਕੀ ਗੱਲਾਂ ਕਰਨ ਤੇ ਸੁਣਾਈ ਜਾਂਦੇ ਗੱਲਾਂ ਜੀ। ਉਹ ਇੱਕ ਵਾਰੀ ਕਿਸੇ ਸਟੇਟ ਦੇ ਲਾਗੇ ਸੀ ਗਵਰਨਰ। ਅੱਛਾ ਜੀ। ਤੇ ਉਹ ਕਹਿੰਦੇ ਵੀ ਮੈਂ ਜਦੋਂ ਟ੍ਰੇਨ ਚੜਿਆ, ਦਿੱਲੀ ਤੋਂ ਚੜ੍ਹ ਗਿਆ, ਇੱਥੋਂ ਚੰਡੀਗੜ੍ਹੋਂ ਦਿੱਲੀ ਨੂੰ ਚਲੇ ਗਏ, ਤੇ ਦਿੱਲੀ ਚੜ੍ਹਿਆ ਗਿਆ, ਦੂਰ ਦਾ ਰਸਤਾ ਸੀ, ਸ਼ਾਇਦ ਮੇਰੇ ਖਿਆਲ ਜਹਾਜ਼ ਜਹੂਜ਼ ਦੀ ਗੱਲ ਨਹੀਂ ਬਣੀ। ਉਹ ਟ੍ਰੇਨ ਤੇ ਚੜੇ ਜਾ ਕੇ ਕਮਿਊਨੀਕੇਸ਼ਨ ਤਾਂ ਹੋ ਗਿਆ ਸੀ ਕਿ ਆ ਰਹੇ ਹੈ ਜੀ ਗਵਰਨਰ ਸਾਹਿਬ। ਤੇ ਕਹਿੰਦੇ ਜਦੋਂ ਮੈਂ ਜਾ ਕੇ ਉਤਰ ਕੇ ਮੇਰਾ ਸੂਟਕੇਸ ਮੇਰੇ ਹੱਥ ਦੇ ਵਿੱਚ ਫੜਿਆ ਵਾ, ਤੇ ਮੈਂ ਖੜਾ ਆਊਟਲੇ ਜਾ ਖੜਾ, ਤੇ ਇੱਕ ਬੰਦਾ ਆਇਆ ਭੱਜ ਕੇ, ਉਹਦੇ ਚਿੱਟਾ ਟੌਰਾ ਛੱਡਿਆ ਵਾ ਤੇ ਤਕੜੀ ਲੱਗੀ ਵੀ, ਆ ਕੇ ਸਲਾਮ ਕਰਕੇ ਕਹਿੰਦਾ ਆਪ ਲਾਟ ਸਾਹਿਬ ਹੈ।
ਕਹਿੰਦਾ ਮੈਂ ਕਿਹਾ ਹਾਂ। ਉਹਨੇ ਫੜਿਆ ਦਵਾ ਦਵ ਤੇ ਆਓ ਜੀ ਗੱਡੀ 'ਚ ਬਿਠਾ ਕੇ ਲੈ ਗਿਆ। ਸਾਨੂੰ ਫਿਰ ਉਦੋਂ ਪਤਾ ਲੱਗਿਆ, ਆਪਣੇ ਆਮ ਤੌਰ ਤੇ ਆਪਾਂ ਨੂੰ ਜਦੋਂ ਕਈ ਵਾਰੀ ਆਪਾਂ ਗੱਲਾਂ ਕਰਦੇ ਉਹਨੇ ਕਹਿੰਦੇ ਵੱਡਾ ਲਾਟ ਸਾਹਿਬ, ਇਹ ਲਾਟ ਸਾਹਿਬ ਹੁੰਦੇ ਆ ਗਵਰਨਰ। ਲਾਟ ਸਾਹਿਬ ਇਕੱਲੇ ਆਉਂਦੇ ਹੁੰਦੇ ਆ ਤੇ ਲਾਟ ਸਾਹਿਬ ਨੂੰ ਉੱਥੇ ਆ ਕੇ ਅਮਲਾ ਫੈਲਾ ਸਾਰਾ ਸਟੇਟ ਨੇ ਮੁਹੱਈਆ ਕਰਵਾਉਣਾ ਹੁੰਦਾ। ਜੇ ਲਾਟ ਸਾਹਿਬ ਨੇ ਕਿਤੇ ਜਹਾਜ਼ ਤੇ ਜਾਣਾ ਉਹ ਵੀ ਉੱਥੋਂ ਦੇ ਸਟੇਟ ਨੇ ਮੁਹੱਈਆ ਕਰਾਉਣਾ। ਉਹਨਾਂ ਦੀ ਆਪਣੀ ਸੈਲਰੀ ਵਗੈਰਾ ਜਿਹੜੇ ਉਹਨਾਂ ਦੇ ਖਰਚੇ ਵਰਚੇ ਸਟੇਟ ਦਾ ਹੀ ਹੈ। ADC ਤੋਂ ਲੈ ਕੇ ਸਭ ਕੁਝ ਸਟੇਟ ਦਾ ਹੁੰਦਾ ਹੈ। ਲੇਕਿਨ ਜਿਹੜੇ ਜਗਦੀਪ ਧਨਖੜ ਜੀ ਹੈ ਇਹ ਧੱਕੜ ਵੀ ਹੈ, ਇਕੱਲੇ ਧਨਖੜ ਨਹੀਂ, ਇਹ ਧੱਕੜ ਵੀ ਹੈ। ਵੈਸੇ ਉੱਥੇ ਤਾਂ ਧੱਕੜ ਸਾਹਿਬ ਹੀ ਕਹਿੰਦੇ ਇਹਨਾਂ ਨੂੰ। ਇਹ ਧੱਕੜ ਸਾਹਿਬ ਜਿਹੜੇ ਹੈ ਜੀ ਗਵਰਨਰ ਲਾ ਕੇ ਉੱਥੇ ਦੇ ਬੰਗਾਲ ਦੇ, ਤੇ ਗਵਰਨਰ ਦੇ ਨਾਲੋਂ ਇਹ ਭਾਰਤੀ ਜਨਤਾ ਪਾਰਟੀ ਜਾਂ RSS ਦੇ ਇੱਕ ਵਰਕਰ ਦੇ ਤੌਰ ਤੇ ਜ਼ਿਆਦਾ ਕੰਮ ਕਰਦੇ ਆ। ਬੀਬੀ ਮਮਤਾ ਬੈਨਰਜੀ ਨੂੰ ਠਿੱਠ ਕਰਨ ਦੇ ਵਿੱਚ ਇਹਨਾਂ ਨੇ ਕਦੇ ਕੋਈ ਕਸਰ ਨਹੀਂ ਛੱਡੀ ਜੀ। ਪਹਿਲੀ ਟਨਿਓਰ ਦੇ ਵਿੱਚ ਵੀ ਤੇ ਹੁਣ ਵੀ ਜਦੋਂ ਬੀਬੀ ਮਮਤਾ ਬੈਨਰਜੀ ਨੂੰ ਹਰਾਉਣ ਵਾਸਤੇ ਸਾਰਾ ਜ਼ੋਰ ਲਾਤਾ ਤੇ ਉਸ ਜ਼ੋਰ ਦੇ ਬਾਵਜੂਦ 2/3 ਬਹੁਮਤ ਨਾਲ ਆ ਗਈ ਤੇ ਫਿਰ ਵੀ ਉਹਨਾਂ ਨੂੰ ਠਿੱਠ ਬਰਾਨ ਕਰਨ ਦੇ ਵਿੱਚ ਕਦੇ ਕਸਰ ਨਹੀਂ ਛੱਡੀ। ਆ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਉਹਨਾਂ ਦੇ 2 ਵਜ਼ੀਰ, ਇੱਕ MLA ਤੇ ਇੱਕ ਸਾਬਕਾ ਮੇਅਰ ਦੀ ਗ੍ਰਿਫਤਾਰੀ ਹੋ ਗਈ ਸੀ। ਅੱਛਾ ਜੀ। ਉਹਨਾਂ ਦੇ ਖਿਲਾਫ ਕਹਿੰਦੇ ਜੀ ਕੇਸ ਸੀ ਉਹ ਨਾਰਦਾ ਸਟਿੰਗ ਆਪਰੇਸ਼ਨ ਦਾ। ਨਾਰਦਾ ਸਟਿੰਗ ਆਪਰੇਸ਼ਨ ਦਾ ਕੇਸ MLA ਦੇ ਖਿਲਾਫ ਹੋ ਗਿਆ, ਵਜ਼ੀਰਾਂ ਦੇ ਖਿਲਾਫ ਹੋ ਗਿਆ। MLA ਤੇ ਵਜ਼ੀਰ ਦੇ ਖਿਲਾਫ ਜਿਹੜੀ FIR ਦਰਜ ਹੋ ਜੇ, ਉਹਦੀ ਜੇ ਚਾਰਜ ਸ਼ੀਟ ਦਾਇਰ ਕਰਨੀ ਹੈ ਤਾਂ ਉਹਦੀ ਪ੍ਰਵਾਨਗੀ, ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਗਵਰਨਰ ਤੋਂ ਨਹੀਂ ਲੈਣੀ ਹੁੰਦੀ, ਸਪੀਕਰ ਤੋਂ ਲੈਣੀ ਹੁੰਦੀ ਹੈ। ਇੱਥੇ ਸਪੀਕਰ ਨੂੰ ਬਾਈਪਾਸ ਕਰਕੇ CBI ਸਿੱਧੀ ਗਵਰਨਰ ਸਾਹਿਬ ਕੋਲੇ ਪਹੁੰਚ ਗਏ ਤੇ ਗਵਰਨਰ ਸਾਹਿਬ ਨੇ ਨਾਲ ਦੀ ਨਾਲ ਜੀ ਦਸਤਖਤ ਕਰਤੇ ਤੇ ਉਹ ਫੜੇ ਗਏ। ਹੁਣ ਤੁਹਾਨੂੰ ਪਤਾ ਕਿ ਉਹਦੇ ਤੇ ਬੜਾ ਖੌਰੂ ਪੈਂਦਾ ਰਿਹਾ। ਮਮਤਾ ਬੈਨਰਜੀ ਨੇ ਜਾ ਕੇ ਆਪ ਹੀ ਪ੍ਰੋਟੈਸਟ ਕੀਤਾ, ਇਹਨਾਂ ਦੇ ਲਾ ਮਿਨਿਸਟਰ ਵੀ ਚਲੇ ਗਏ, ਉਹਨਾਂ ਦਾ ਕਰਕੇ ਵੀ ਸਾਰਾ ਅਖੀਰ ਉਹਨਾਂ ਨੂੰ ਕਲਕੱਤਾ ਹਾਈ ਕੋਰਟ ਨੇ ਉਹਨਾਂ ਨੂੰ ਰਿਹਾਈ ਵੀ ਦੇ ਦਿੱਤੀ ਜੀ। ਉਹ ਹੁਣ ਰਿਹਾ ਹੋ ਕੇ ਬਾਹਰ ਆ ਗਏ। ਹੁਣ ਬੀਬੀ ਮਊਆ ਮੋਹਤਰਾ ਬੜੀ ਤੇਜ਼ ਤਰਾਰ ਪਾਰਲੀਮੈਂਟ ਦੀ ਮੈਂਬਰ ਹੈ ਜੀ। ਉਹਨਾਂ ਨੇ ਜੀ ਆ ਕੇ ਇੱਕ ਨਵੇਂ ਸ਼ਗੂਫਾ ਛੱਡਤਾ, ਕਹਿੰਦੀ ਇਹ ਗਵਰਨਰ ਅੰਕਲ ਹੈ ਨਾ ਜਿਹੜੇ ਧਨਖੜ ਅੰਕਲ। ਅੱਛਾ ਜੀ। ਇਹ ਕਹਿੰਦੇ ਆਪਦਾ ਪਿੰਡ ਤੇ ਕੁਣਬਾ ਨਾਲ ਹੀ ਲਿਆਏ ਸਾਰਾ। ਅੱਛਾ ਜੀ। ਰਾਜ ਭਵਨ ਚ ਲਿਆਏ। ਮੈਨੂੰ ਵੀ ਹੈਰਾਨੀ ਹੋਈ ਸੁਰਖੀ ਪੜ੍ਹ ਕੇ ਵੀ ਆ ਕਹਾਣੀ ਕੀ ਹੋ ਗਈ। ਪਰ ਜਦੋਂ ਤੁਸੀਂ ਖਬਰ ਪੜੋਗੇ ਉਹ ਕਹਿੰਦੇ ਅਸਲ ਦੇ ਵਿੱਚ ਉਹਨਾਂ ਨੇ ਜਿੰਨੇ OSD ਨਾ ਆਫੀਸਰ ਔਨ ਸਪੈਸ਼ਲ ਡਿਊਟੀ, ਹਾਂਜੀ, ਕਾਰਜਕਾਰੀ ਅਧਿਕਾਰੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਹਾਂਜੀ, ਉਹ ਕਾਰਜਕਾਰੀ ਜਿਹੜੇ ਅਧਿਕਾਰੀ ਹੈਗੇ ਉਹ ਬੰਗਾਲ ਤੋਂ ਬਾਹਰਲੇ ਹੈ। ਅੱਛਾ। ਕੋਈ ਰਾਜਸਥਾਨ ਦਾ ਹੈ, ਕੋਈ ਹੈਗਾ ਤੁਹਾਡਾ ਹਰਿਆਣੇ ਦਾ, ਕੋਈ ਕਿਤੋਂ ਦਾ ਹੈ, ਤਾਂ ਵੈਸੇ ਤਾਂ ਮੇਰੇ ਖਿਆਲ ਹਰਿਆਣੇ ਨੂੰ ਬਿਲੋਂਗ ਕਰਦੇ, ਕੋਈ ਕਿਤੋਂ ਦਾ, ਕੋਈ ਕਿਤੋਂ ਦਾ। ਤੇ ਉਹਨਾਂ ਦੇ ਨਾਂ ਵੀ ਜਿਹੜੇ ਹੈਗੇ ਸਾਰੇ ਆਪਣੇ ਵਾਲੇ, ਇਧਰ ਉੱਤਰੀ ਭਾਰਤ ਵਾਲੇ। ਉਹ ਬੀਬੀ ਨੇ ਆ ਕੇ ਦੱਸਤਾ ਜੀ ਆ ਫਲਾਨਾ 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 ਫਲਾਨਾ, ਇਹਦੀ ਆ ਰਿਸ਼ਤੇਦਾਰੀ ਹੈ, ਇਹਦਾ ਆ ਇਹਨਾਂ ਦੀ ਟੰਗ ਦੀ ਬਾਹ ਨਾਲ ਟੰਗ ਲੱਗਦੀ ਹੈ। ਉਹਨੇ ਸਾਰਾ ਕੁਝ ਸਾਬਤ ਕਰਤਾ ਜੀ। ਤੇ ਗਵਰਨਰ ਸਾਹਿਬ ਨੇ ਫਿਰ ਜਵਾਬ ਦਿੱਤਾ, ਉਹ ਕਹਿੰਦੇ ਇਹਨਾਂ 'ਚ ਮੇਰਾ ਕੋਈ ਵੀ ਸਕਾ ਰਿਸ਼ਤੇਦਾਰ ਨਹੀਂ। ਅੱਛਾ ਜੀ। ਨਾ ਕਹਿੰਦੀ ਮੇਰੇ ਪਿੰਡ ਦਾ, ਉਹ ਕਹਿੰਦੇ ਹੋਰ ਪਿੰਡ ਕੀ ਹੁੰਦਾ ਹੈ। ਹੁਣ ਜੇ ਸ਼ੇਖਾਵਤ ਦੇਖੀਏ ਆਪਾਂ, ਸ਼ੇਖਾਵਤ ਹਰਿਆਣੇ ਦਾ ਗੋਤ ਵੀ ਹੈ, ਇਹ ਰਾਜਸਥਾਨ ਦਾ ਗੋਤ ਵੀ ਹੈ, ਤੇ ਸ਼ੇਖਾਵਤ ਪੰਜਾਬ ਦੇ ਵਿੱਚ ਵੀ ਬੈਠੇ। ਇਹਦੇ ਚ ਹੁਣ ਆਪਾਂ ਨੂੰ ਕਿਹਾ ਜੇ ਬੰਗਾਲ ਜਾਊ ਤਾਂ ਇਹੀ ਚੀਜ਼ ਹੁੰਦੇ ਨਾ। ਹੁਣ ਜੇ ਤੁਸੀਂ ਕਿਤੇ ਕੁਝ ਲੱਗ ਜਾਓਗੇ ਤੇ ਤੁਸੀਂ ਮੈਨੂੰ ਲੈ ਜਾਓ, ਤੁਸੀਂ ਆਖੋ ਜੀ ਮੇਰਾ ਤਾਂ ਗੋਤ ਕੁਝ ਹੋਰ ਹੈ ਤੇ ਮੈਂ ਕਹਾਂ ਜੀ ਮੈਂ ਢਿੱਲੋਂ ਆ ਤਾਂ ਮੈਂ ਢਿੱਲੋਂ ਨੂੰ ਕਿਵੇਂ ਲੈ ਆਂਦਾ। ਮਿੱਤਰਚਾਰੀ ਤਾਂ ਦੁਨੀਆ ਨੂੰ ਆਪਣੀ ਦੇਖਦੀ ਹੈ। ਉਹ ਹੈ ਕਿ ਜੇ ਗੈਰ ਬੰਗਾਲੀ ਤੁਸੀਂ ਲੈ ਕੇ ਆਏ ਹੋ ਤਾਂ ਇਹਦੇ ਤੇ ਦੱਸੋ ਕੀ ਹੈ। ਤੇ ਉਹ ਬੀਬੀ ਨੇ ਫਿਰ ਆ ਕੇ ਦੁਬਾਰਾ ਟਵੀਟ ਕਰਤਾ, ਉਹ ਕਹਿੰਦੀ ਜੀ ਨਹੀਂ, ਗੱਲ ਇਹ ਹੈ, ਕਹਿੰਦੀ ਵੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਅੰਕਲ ਜੀ, ਤੁਹਾਨੂੰ ਕਹਿੰਦੀ ਉਪ ਰਾਸ਼ਟਰਪਤੀ ਨਹੀਂ ਕਿਸੇ ਨੇ ਬਣਾਉਣਾ, ਤੇ ਬਿਹਤਰ ਇਹ ਹੈ ਕਿ ਤੁਸੀਂ ਦਿੱਲੀ ਵਾਪਸ ਚਲੇ ਜਾਓ, ਸਾਡੇ ਤੇ ਰਹਿਮ ਕਰੋ ਤੇ ਉੱਥੇ ਜਾ ਕੇ ਕਿਸੇ ਹੋਰ ਨੌਕਰੀ ਦੀ ਤਲਾਸ਼ ਕਰ ਲਓ। ਬੜੀ ਉਹ ਵੀ ਕਾਇਮ ਹੈ ਕੁੜੀ ਕਾਇਮ ਹੈ ਜੀ। ਬਿਲਕੁਲ ਢਿੱਲੋਂ ਸਾਹਿਬ। ਤੇ ਇਹ ਉਮਰ ਖਾਲਿਦ ਤੇ ਖਾਲਿਦ ਸੌਂਫੀ ਕੌਣ ਨੇ ਜੀ? ਇਹਨਾਂ ਬਾਰੇ ਕਹਿੰਦੇ ਦਿੱਲੀ ਦੀ ਇੱਕ ਅਦਾਲਤ ਨੇ ਬੜੀ ਸਖਤ ਟਿੱਪਣੀ ਕੀਤੀ ਹੈ। ਦੇਖੋ ਉਮਰ ਖਾਲਿਦ ਦੇ ਬਾਰੇ ਜੇ ਆਪਾਂ ਕਹੀਏ ਤਾਂ ਉਮਰ ਖਾਲਿਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਸਟੂਡੈਂਟ ਹੁੰਦਾ ਸੀ ਜੀ। ਹੁਣ ਤਾਂ ਵਿਚਾਰਾ ਜੇਲ੍ਹ 'ਚ ਬੰਦ ਹੈ ਉਹ। ਔਰ ਦੂਸਰਾ ਜਿਹੜਾ ਮੁੰਡਾ ਉਹਦੇ ਨਾਲ ਸੈਫੀ ਹੈ, ਉਹ ਕਾਰਕੁਨ ਹੈ ਜੀ, ਜਿਹਨੂੰ ਆਪਾਂ ਐਕਟਿਵਿਸਟ ਕਹਿ ਦਿੰਦੇ ਹੁੰਦੇ। ਜਦੋਂ ਤੁਹਾਡੇ ਯਾਦ ਹੋਣਾ, ਇੱਕ ਵਾਰੀ ਕਨ੍ਹਈਆ ਕੁਮਾਰ ਬਣ ਗਿਆ ਸੀ GNU ਦਾ ਪ੍ਰਧਾਨ ਬਣ ਗਿਆ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਪ੍ਰਧਾਨ। ਉਦੋਂ ਉੱਥੇ 2 ਗਰੁੱਪਾਂ ਦੇ ਦਰਮਿਆਨ ਇੱਕ ਝੜਪ ਹੋ ਗਈ ਸੀ ਜੀ। ਉਮਰ ਖਾਲਿਦ ਹੋਰੀ ਜਿਹੜੇ ਹੈਗੇ ਆ, ਕੋਈ ਕਿਉਂਕਿ ਯੂਨੀਵਰਸਿਟੀ ਦਾ ਤਾਂ ਬਹੁਤ ਦਾਇਰਾ ਚੌੜਾ, ਬਿਲਕੁਲ ਬੜਾ ਉੱਥੇ ਬੜਾ ਕੁਛ ਹੁੰਦਾ। ਤੁਸੀਂ ਵਿਰੋਧ ਵਾਲੀਆਂ ਗੱਲਾਂ ਵੀ ਕਰਦੇ ਆ ਯੂਨੀਵਰਸਿਟੀਆਂ ਦੇ ਵਿੱਚ, ਤੁਹਾਡਾ ਡਿਬੇਟਾਂ ਵੀ ਹੁੰਦੀਆਂ, ਸਾਰਾ ਕੁਝ। ਵਿਰੋਧ ਨੂੰ ਤੁਹਾਡੇ ਨੂੰ ਦਰ ਨੂੰ ਗੁਜ਼ਰ ਕਰਨਾ ਵੀ ਹਾਂ ਠੀਕ ਹੈ, ਇਹਨਾਂ ਨੇ ਇਹਦੇ ਤੇ ਖੋਜ ਕਰਨੀ ਹੈ, ਰਿਸਰਚ ਕਰਨੀ ਹੈ, ਡਿਵੈਲਪ, ਉਹ 'ਚ ਬੜਾ ਕੁਛ ਡਿਵੈਲਪ ਹੁੰਦਾ ਹੈ। ਉੱਥੇ ਸ਼ਾਇਦ ਮੇਰਾ ਖਿਆਲ ਹੈ ਵੀ ਉਹ ਕਿਸੇ ਦਾ ਅਫਜ਼ਲ ਗੁਰੂ ਦਾ ਸ਼ਾਇਦ ਕੋਈ ਦਿਨ ਵਗੈਰਾ ਮਨਾ ਰਹੇ ਸੀ। RSS ਦੀ ਜਿਹੜੀ ਹੈਗੀ ਹੈ ਵਿਦਿਆਰਥੀ ਆਰਗੇਨਾਈਜੇਸ਼ਨ ABPP, ਉਹਦਾ ਵਿਰੋਧ ਕਰਦੀ ਸੀ ਜੀ। ਉਹਦਾ ਵਿਰੋਧ ਕਰਦੇ ਸੀ ਤੇ ਤੂੰ ਮੈਂ ਹੋ ਗਈ, ਇਹਨਾਂ ਦੀ ਨਾਅਰੇਬਾਜ਼ੀ ਕਰਨ ਲੱਗੇ ਇੱਕ ਦੂਜੇ ਦੇ ਖਿਲਾਫ। ਔਰ ਕਿਉਂਕਿ ਕਨ੍ਹਈਆ ਕੁਮਾਰ ਪ੍ਰੈਜ਼ੀਡੈਂਟ ਸੀ, ਪ੍ਰਸ਼ਾਸਨ ਜਿਹੜੀ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਪ੍ਰਧਾਨ ਹੋ, ਪ੍ਰਧਾਨ ਜੀ ਜਾਓ ਤੇ ਆਪਣੇ ਬੰਦਿਆਂ ਨੂੰ ਸੰਭਾਲੋ। ਉਹਨੇ ਅਲੱਗ-ਅਲੱਗ ਕਰਤੇ। ਤੇ ਫਿਰ ਇੱਕ ਗੋਦੀ ਮੀਡੀਆ
ਦਾ ਚੈਨਲ ਹਾਂਜੀ ਉਹ ਗੋਦੀ ਮੀਡੀਆ ਦੇ ਚੈਨਲ ਵਾਲਿਆਂ ਨੇ ਮਤਲਬ ਤੋੜ ਮਰੋੜ ਕੇ ਇੱਕ ਅਜਿਹੀ ਜਾਲੀ ਜਿਹੜੀ ਹੈਗੀ ਹੈ ਵੀਡੀਓ ਚਲਾਤੀ ਕਿ ਭਾਰਤ ਤੇਰੇ ਟੁਕੜੇ ਹੋਣ 1000 ਵਗੈਰਾ ਇਹੋ ਜਿਹਾ ਕਰਕੇ ਇਹ ਤਾਂ ਅੱਗ ਲਾਊ ਜਿਵੇਂ ਅੱਗ ਲਾਊ ਜਿਹੜੀ ਉਹਨਾਂ ਨੇ ਮਤਲਬ ਐਨ ਪੂਰੀ ਅੱਗ ਲਾਤੀ। ਕਨ੍ਹਈਆ ਕੁਮਾਰ ਦੇ ਖਿਲਾਫ ਉਮਰ ਖਾਲਦ ਦੇ ਖਿਲਾਫ ਕੁਝ ਹੋਰ ਵਿਦਿਆਰਥੀਆਂ ਦੇ ਖਿਲਾਫ ਫਿਰ ਇੱਕ FIR ਦਰਜ ਹੋ ਗਈ ਸੀ। FIR ਹੋਈ ਸੀ ਦੇਸ਼ ਧਰੋਹੀ ਦੀ। ਕਨ੍ਹਈਆ ਕੁਮਾਰ ਨੂੰ ਤਾਂ ਜਦੋਂ ਕਚਹਿਰੀ 'ਚ ਲੈ ਕੇ ਗਏ ਉੱਥੇ ਕੁਟਾਪਾ ਵੀ ਹੋ ਗਿਆ ਹਾਂ ਸੀ। ਕੁੱਟਿਆ ਸੀ ਵਕੀਲ ਲਈ ਕੁੱਟਣ ਪੈ ਗਏ ਵਕੀਲਾਂ ਦੀ ਸ਼ਕਲ ਦੇ ਵਿੱਚ RSS ਦੇ ਗੁੰਡੇ ਸੀ ਹਾਂ ਉਹ ਕੁੱਟਣ ਪੈ ਗਏ। ਚਲੋ ਉਹ ਬੰਦਾ ਅੰਦਰ ਚਲਾ ਗਿਆ, ਉਹਦੀਆਂ ਜ਼ਮਾਨਤਾਂ ਹੋ ਗਈਆਂ, ਉਮਰ ਖਾਲਦ ਦੀ ਵੀ ਜ਼ਮਾਨਤ ਹੋ ਗਈ। ਫਿਰ ਤੁਹਾਡੇ ਯਾਦ ਹੋਣਾ 2020 ਦੇ ਵਿੱਚ ਜਦੋਂ ਮੁਸਲਮਾਨਾਂ ਦੇ ਖਿਲਾਫ ਇੱਕ ਤਰਫਾ ਕਾਰਵਾਈ ਹੋਈ ਹੈ ਜਿਹਨੂੰ ਦਿੱਲੀ ਦੀ ਹਿੰਸਾ ਕਹਿੰਦੇ ਅੱਜ ਕੱਲ੍ਹ, ਪਰ ਮੈਂ ਸਮਝਦਾ ਉਹ ਦਿੱਲੀ ਦੀ ਹਿੰਸਾ ਨਹੀਂ, ਉਹ ਉਹੀ ਆ ਗਈ ਜਿਹੜੀ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਕੇ ਨੇ, ਉਹ ਵੀ ਆਪਰੇਸ਼ਨ ਬਲੂ ਸਟਾਰ ਸੀ। ਜਦੋਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਬਿਲਕੁਲ ਠੀਕ ਹੈ, ਉਹਨਾਂ ਦੇ ਉੱਤੇ ਬਹੁਤ ਤਸ਼ੱਦਦ ਹੋਇਆ। 50 ਦੇ ਕਰੀਬ ਲੋਕ ਮਰ ਗਏ। ਉਹਦੇ ਤੋਂ ਜ਼ਿਆਦਾਤਰ ਜਿਹੜੇ ਮੁਸਲਮਾਨ ਸੀ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਸੀ ਉਹ ਤਬਾਹ ਕਰਤੀਆਂ, ਸਕੂਲ ਹਸਪਤਾਲ ਤਬਾਹ ਕਰਤੇ, ਉਹਨਾਂ ਤੇ ਪਰਚੇ ਉਹੀ ਮਾਰੇ ਗਏ, ਉਹਨਾਂ ਤੇ ਪਰਚੇ ਦਿੱਤੇ, ਕੁੜੀਆਂ ਤੇ ਵੀ ਪਰਚੇ ਦਿੱਤੇ, ਉਹਨਾਂ ਨੂੰ ਅੰਦਰ ਸੁੱਟਤਾ। ਤੇ ਉਹਦੇ ਵਿੱਚ ਹੀ ਮਤਲਬ ਕੁਝ ਜਿਹੜੇ ਹੈਗੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਬੰਦੇ ਜੀ ਉਹਨਾਂ ਨੂੰ ਵੀ ਉਹਦੇ ਵਿੱਚ ਇਨਵੋਲਵ ਕੀਤਾ, ਇੱਥੋਂ ਤੱਕ ਕਿ ਜੋਗਿੰਦਰ ਯਾਦਵ ਵਰਗੇ ਔਰ ਵੱਡੇ ਵੱਡੇ ਜਿਹੜੇ ਲੋਕ ਸੀ ਉਹਨਾਂ ਦਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹਨਾਂ ਦੀ ਗ੍ਰਿਫਤਾਰੀ ਨੂੰ 4 ਸ਼ੀਟਾਂ ਦੇ ਵਿੱਚ ਉਹਨਾਂ ਦਾ ਨਾਂ ਜਾਂ ਜ਼ਿਕਰ ਜਿਹਾ ਕਰਤਾ ਸੀ ਕਿ ਉਹਨਾਂ ਦੀ ਸ਼ਖਸੀਅਤ ਨੂੰ ਵੀ ਜਿਹੜਾ ਹੈਗਾ ਦਾਗਦਾਰ ਕੀਤਾ ਜਾਵੇ। ਇਹੋ ਜਿਹਾ ਕੁਛ ਹੁੰਦਾ ਰਿਹਾ। ਇਹਨਾਂ ਮੁੰਡਿਆਂ ਨੂੰ ਫੜ ਕੇ ਅੰਦਰ ਦੇਤਾ ਜੀ। ਹੁਣ ਇਸ ਵੇਲੇ ਚੱਲਦਾ ਜੀ ਕਰੋਨਾ ਮਹਾਮਾਰੀ ਚੱਲਦੀ ਹੈ ਤੇ ਕਰੋਨਾ ਮਹਾਮਾਰੀ ਦੇ ਵਿੱਚ ਆਪਾਂ ਨੂੰ ਇਹ ਪਤਾ ਹੈ ਕਿ ਫਿਜ਼ੀਕਲ ਅਪੀਅਰੈਂਸ ਹੈ ਜਿਹਨੂੰ ਆਪਾਂ ਕਹਿੰਦੇ ਸਰੀਰਕ ਤੌਰ ਤੇ ਕਿਸੇ ਅਦਾਲਤ ਦੇ ਵਿੱਚ ਬੰਦਾ ਪੇਸ਼ ਹੀ ਨਹੀਂ ਹੋ ਸਕਦਾ। ਹਾਂਜੀ ਸਾਰੇ ਜਿਹੜੇ ਹੈਗੇ ਆ ਮੁਲਜ਼ਮ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਹੈ ਉਹਨਾਂ ਦੀਆਂ ਅਦਾਲਤਾਂ ਦਾ ਵੈਸੇ ਹੀ ਬੰਦ ਹੈ। ਜਿਹਦੀ ਪੇਸ਼ੀ ਆ ਜਾਂਦੀ ਉਹਦੀ ਪੇਸ਼ੀ ਜਿਹੜੀ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੁੰਦੀ ਹੈ। ਉਹਨਾਂ ਨੂੰ ਲਿਆ ਕੇ ਉਹ ਅੰਦਰ ਇੱਕ ਕਮਰਾ ਬਣਿਆ ਹੋਇਆ ਉੱਥੇ ਜੇਲ੍ਹ ਦੇ ਵਿੱਚ, ਉਸ ਕਮਰੇ ਦੇ ਵਿੱਚ ਬੰਦੇ ਨੂੰ ਦਿਖਾ ਦਿੰਦੇ ਆ, ਬਸ ਬੈਠਾ ਜੀ ਉਹਦੀ ਆਪਣਾ ਫੋਟੋ ਦੇਖ ਲੈਂਦੇ ਆ, ਤਸਵੀਰ ਦੇ ਵਿੱਚ ਜੱਜ ਸਾਹਿਬ ਦੇਖ ਲੈਂਦੇ, ਅਗਲੀ ਤਰੀਕ ਪਾ ਦਿੰਦੇ, ਇਸ ਤਰ੍ਹਾਂ ਦੀ ਹੈ। ਲੇਕਿਨ ਦਿੱਲੀ ਦੀ ਜਿਹੜੀ ਹੈਗੀ ਪੁਲਿਸ ਉਹ ਤਾਂ ਗ੍ਰਹਿ ਵਿਭਾਗ ਦੇ ਮਤਹਿਤ ਹੈ ਬਿਲਕੁਲ ਜੀ, ਤੇ ਜਿਹੜੀ ਜੇਲ੍ਹ ਵਿਭਾਗ ਹੈ ਇਹ ਦਿੱਲੀ ਵਿਭਾਗ ਦੇ। ਹੁਣ ਦੋਨੇ ਦੇਖੋ ਦੋਨਾਂ ਦੇ ਕਿੰਨਾ ਮੇਲ ਕਿੰਨਾ ਹੈ। ਊਂ ਤਾਂ ਇੱਕ ਦੂਜੇ ਨੂੰ ਕਹਿੰਦੇ ਗਾਲਾਂ ਕੱਢਦੇ ਫਿਰਦੇ ਆ। ਇਹਨਾਂ ਨੇ ਜੀ ਇੱਕ ਪਟੀਸ਼ਨ ਦਾਇਰ ਕਰਤੀ। ਅੱਛਾ ਜੀ। ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਕਹਿੰਦੇ ਜੀ ਇਹ ਬੰਦੇ ਹੈ ਨਾ ਜਿਹੜੇ ਇਹ ਤਾਂ ਬਹੁਤ ਜੋਖਮ ਭਰਪੂਰ ਬੰਦੇ ਹੈ। ਅੱਛਾ ਜੀ। ਬੰਦੇ ਬੜੇ ਖਤਰਨਾਕ ਹੈ। ਇਹਨਾਂ ਬੰਦਿਆਂ ਨੂੰ ਜਦੋਂ ਅਸੀਂ ਅਦਾਲਤ 'ਚ ਲੈ ਕੇ ਆਉਣੇ ਜੀ ਇਹ ਤਾਂ ਕੋਈ ਨਾ ਕੋਈ ਭੱਜ ਸਕਦੇ ਆ, ਮੁਸ਼ਕਿਲ ਹੋ ਸਕਦੀ। ਬਹੁਤ ਪਹਿਲਾਂ ਸਾਡੇ ਦੇਸ਼ ਦੀ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਸੀ ਜੀ ਕਿ ਜੇ ਕੋਈ ਬੰਦਾ ਬਾਹਲਾ ਖਤਰਨਾਕ ਅਪਰਾਧੀ ਨਹੀਂ ਉਹਨੂੰ ਤੁਸੀਂ ਉਹਨੂੰ ਛੱਡ ਦਿਓ, ਬਾਕੀਆਂ ਨੂੰ ਜੋ ਤੁਸੀਂ ਅਦਾਲਤ ਦੇ ਵਿੱਚ ਲੈ ਕੇ ਆਓਗੇ ਤਾਂ ਤੁਸੀਂ ਉਹਨਾਂ ਦੇ ਹੱਥਕੜੀ ਨਹੀਂ ਲਾਓਗੇ, ਬਗੈਰ ਹੱਥਕੜੀ ਤੋਂ ਲੈ ਕੇ ਆਓਗੇ। ਪਰ ਪੁਲਿਸ ਵਾਲੇ ਹਟਦੇ ਨਹੀਂ, ਹੱਥਕੜੀ ਲਾ ਲੈਂਦੇ, ਅਦਾਲਤ ਦੇ ਬਾਹਰ ਖੋਲ ਦਿੰਦੇ, ਕਮਰੇ ਦੇ ਬਾਹਰ ਖੋਲ ਦਿੰਦੇ, ਬਾਹਰ ਕਮਰੇ ਦੇ ਖੋਲ ਕੇ ਅੰਦਰ ਵੜ ਦਿੰਦੇ ਜੱਜ ਸਾਹਿਬ ਦੇ ਕੋਲੇ, ਤੇ ਬਾਹਰ ਨਿਕਲਦੇ ਤੇ ਫੇਰ ਲਾ ਲੈਂਦੇ। ਖੈਰ ਉਹ ਉਮਰ ਖਾਲਦ ਹੁਣ ਕਿਉਂਕਿ ਬੰਦਾ ਜਿਹੜਾ JNU 'ਚ ਪੜ੍ਹ ਰਿਹਾ ਹੈ, ਕੋਈ ਨਿੱਕੀ ਮੋਟੀ ਗੱਲ ਤਾਂ ਹੈ ਨਹੀਂ, ਉਹਨੇ ਮੇਰੇ ਆਪਣਾ ਹੱਕ ਇਸਤੇਮਾਲ ਕੀਤਾ ਹੋਣਾ ਕਿ ਮੈਂ ਨਹੀਂ ਹੱਥਕੜੀ ਲਵਾਉਂਦਾ। ਇਹਨਾਂ ਨੇ ਐਪਲੀਕੇਸ਼ਨ ਦੇਤੀ ਜੀ ਬੰਦੇ ਜੋਖਮ ਭਰਪੂਰ ਹੈ, ਇਹ ਭੱਜ ਜਾਣਗੇ ਜਾਂ ਇਹਨਾਂ ਦਾ ਨੁਕਸਾਨ ਹੋ ਜੂ, ਕਿਰਪਾ ਕਰਕੇ ਇਹਨਾਂ ਦੇ ਨਾਲ ਹੱਥਕੜੀ ਲਾਉਣ ਦੀ ਆਗਿਆ ਦਿੱਤੀ ਜਾਵੇ ਜੀ। ਮਾਨਯੋਗ ਅਦਾਲਤ ਨੇ ਦੇਖਿਆ, ਉਹ ਕਹਿੰਦੇ ਵੀ ਤੁਸੀਂ ਹੱਥਕੜੀ ਨਹੀਂ ਲਾਉਣ ਦੇ ਨਾਲ ਹੱਥਕੜੀ ਕਹਿੰਦੇ ਪੁੱਠੀ ਕਰਕੇ ਲਾਉਣੀ ਹੈ, ਹੱਥ ਪਿਛਾਂ ਕਰਕੇ ਬੰਨਣੇ ਆ, ਪਿਛਾਂ ਕਰਕੇ ਹੱਥ ਪਿੱਛੇ ਬੰਨਣੇ ਅੰਗਰੇਜ਼ਾਂ ਨੂੰ, ਤੇ ਨਾਲ ਕਹਿੰਦੇ ਫਿਰ ਬੇੜੀ ਵੀ ਲਾਉਣੀ ਹੈ। ਅੱਛਾ ਜੀ। ਹੁਣ ਬੇੜੀ ਜਿਹੜੀ ਹੈਗੀ ਬੇੜੀ ਦੋ ਕਿਸਮ ਦੀ ਹੁੰਦੀ ਹੈ, ਇੱਕ ਤਾਂ ਬੇੜੀ ਹੁੰਦੀ ਹੈ ਸਿੱਧੀ ਗਿੱਟਿਆਂ 'ਚ ਪਾ ਦਿੰਦੇ ਆ, ਲੋਹੇ ਦੀਆਂ ਸਲਾਖਾਂ ਹੁੰਦੀਆਂ ਤੇ ਇੱਥੇ ਆਪਣੇ ਬੰਨ ਦੋਨੇ ਪਾਸੋਂ ਨਾਲੇ ਨਾਲ ਬੰਨ ਲੈਂਦੇ, ਨਿੱਕਰ ਦੇ ਨਾਲੇ ਨਾਲ ਜਾਂ ਪਜਾਮੇ ਦੇ ਨਾਲੇ ਨਾਲ ਬੰਨੀ ਹੁੰਦੀ ਹੈ। ਇੱਕ ਹੁੰਦੀ ਹੈ ਡੰਡਾ ਬੇੜੀ, ਜਿਹੜੀ ਡੰਡਾ ਬੇੜੀ ਹੁੰਦੀ ਹੈ ਉਹ ਐ ਵਿਚਾਲੇ ਵੀ ਪਾਇਆ ਹੁੰਦਾ ਗੋਡੇ ਕੋਲੇ, ਫਿਰ ਉਹਨੂੰ ਬੰਦੇ ਨੂੰ ਤੁਰਨਾ ਬੜਾ ਮੁਸ਼ਕਿਲ ਹੁੰਦਾ ਹੈ। ਹੁਣ ਜਿਹੜੀ ਇੱਕ ਮੁਸਲਮਾਨ ਨਾਲ ਨਫ਼ਰਤ ਹੈ, ਇਹ ਨਫ਼ਰਤ ਦਾ ਪ੍ਰਗਟਾਵਾ ਹੈ। ਲੇਕਿਨ ਜੱਜ ਸਾਹਿਬ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਕਹਿੰਦੇ ਬੇਲੋੜੀ ਪਟੀਸ਼ਨ ਹੈ। ਪਹਿਲੀ ਗੱਲ ਤਾਂ ਉਹ ਕਹਿੰਦੇ ਵੀ ਜਦੋਂ ਬੰਦਿਆਂ ਨੇ ਹੁਣ ਅਪੀਅਰ ਹੀ ਨਹੀਂ ਹੋਣਾ, ਅਪੀਅਰ ਹੀ ਉਹਨਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਇਹਦੀ ਅਪੀਲ ਹੀ ਥੋੜੀ ਪਟੀਸ਼ਨ ਬਣਦੀ ਨਹੀਂ ਸੀ, ਇਹ ਥੋੜੀ ਦਰਖਾਸਤ ਪਾਈ ਬੇਲੋੜੀ ਹੈ ਤੁਸੀਂ। ਦੂਜੀ ਗੱਲ ਉਹ ਕਹਿੰਦੇ ਵੀ ਉਹ ਬੰਦੇ ਯੂਨੀਵਰਸਿਟੀ 'ਚ ਪੜ੍ਹੇ ਹੋਏ ਹੈ, ਯੂਨੀਵਰਸਿਟੀ 'ਚ ਪੜ੍ਹਦੇ ਆ, ਕੋਈ ਗੈਂਗਸਟਰ ਨਹੀਂ ਹੈਗੇ, ਉਹ ਉਸ ਕਿਸਮ ਦੇ ਬੰਦੇ ਨਹੀਂ ਹੈਗੇ, ਉਹ ਤਾਂ ਵਿਦਵਾਨ ਬੰਦੇ ਹੈ, ਉਹ ਬਖਰਾਵਾਂ ਰੱਖਣ ਵਾਲੇ ਬੰਦੇ ਹੈ। ਉਹਨਾਂ ਬੰਦਿਆਂ ਦੇ ਖਿਲਾਫ ਤੁਸੀਂ ਇਸ ਕਿਸਮ ਦੀ ਐਪਲੀਕੇਸ਼ਨ ਪਾਓਗੇ। ਉਹਨਾਂ ਨੇ ਐਪਲੀਕੇਸ਼ਨ ਰੱਦ ਕੀਤੀ ਤੇ ਚੰਗੀ ਝਾੜ ਝੰਬ ਕੀਤੀ ਹੈ ਪੰਜਾਬੀ 'ਚ ਕਹਿੰਦੇ, ਹਾਂ ਖੁੰਬ ਠੱਪੀ ਹੈ ਦਿੱਲੀ ਪੁਲਿਸ ਦੀ ਵੀ ਤੇ ਜੇਲ੍ਹ ਡਿਪਾਰਟਮੈਂਟ ਦੀ ਜੀ। ਸੋ ਧੰਨਵਾਦ ਢਿੱਲੋਂ ਸਾਹਿਬ, ਤੁਹਾਡਾ ਸ਼ੁਕਰੀਆ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਜਾਰੀ ਰਹੇਗਾ ਜੀ। ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਫਿਰ ਮੁਲਾਕਾਤ ਹੁੰਦੀ ਹੈ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।